ਧੰਨ ਵਾਹਿਗੁਰੂ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵਹੋ, ਬਿਖਮ ਨਦੀ ਜਾਏ ਤਰਨੀ। ਧੰਨ ਵਾਹਿਗੁਰੂ ਜੀ। ਗੌੜੀ ਮਹਲਾ ਨੌਵਾਂ। ਸਾਧੂ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ। ਬਿਰਥਾ ਕਾਹੇ ਗਵਾਵੋ, ਸਾਧੂ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ। ਬਿਰਥਾ ਕਾਹੇ ਗਵਾਵੋ ਰਹਾਉ। ਪਤਿਤ ਪੁਨੀਤ ਦੀਨ ਬੰਧ ਹਰ, ਸ਼ਰਨ ਤਾਹੇ ਤੁਮ ਆਵੋ। ਗਜ ਕੋ ਤਰਾਸ ਮਿਟਿਓ ਜਿਹ ਸਿਮਰਤ, ਤੁਮ ਕਾਹੇ ਬਿਸਰਾਵੋ। ਤਜ ਅਭਿਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ। ਨਾਨਕ ਕਹਿਤ ਮੁਕਤ ਪੰਥ ਇਹੋ, ਗੁਰਮੁਖ ਹੋਏ ਤੁਮ ਪਾਵੋ। ਤਜ ਅਭਿਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ। ਨਾਨਕ ਕਹਿਤ ਮੁਕਤ ਪੰਥ ਇਹੋ, ਗੁਰਮੁਖ ਹੋਏ ਤੁਮ ਪਾਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਮਹਾਰਾਜ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਬੜੇ ਪ੍ਰੇਮ ਸਤਿਕਾਰ ਸਹਿਤ
ਗੁਰੂ ਦਰਬਾਰ ਵਿੱਚ ਸੱਜ ਕੇ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਸੋਦਰ ਦੇ ਨਿਤਨੇਮ ਦੇ ਪਾਠ ਉਪਰੰਤ ਸਤਿਗੁਰੂ ਦੀ ਮੁਬਾਰਕ ਬਾਣੀ ਦੇ ਸ਼ਬਦ ਕੀਰਤਨ ਸ਼ਰਵਣ ਕੀਤੇ ਹਨ। ਰਾਗ ਗੌੜੀ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਉਪਦੇਸ਼ ਨੌਵੇਂ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦ, ਜਿਨ੍ਹਾਂ ਦੀ ਆਪਾਂ ਲੜੀਵਾਰ ਕਥਾ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 219 ਉੱਤੇ ਲੜੀ ਅਨੁਸਾਰ ਇਹ ਪੰਜਵਾਂ ਸ਼ਬਦ ਸਤਿਗੁਰੂ ਜੀ ਦਾ ਦਰਜ ਹੈ, ਜਿਸ ਦਾ ਪਾਠ ਆਪ ਜੀ ਨੇ ਹੁਣੇ ਹੀ ਸ਼ਰਵਣ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਮਨੁੱਖ ਦਾ ਜੀਵਨ ਘੜਨ ਦੀ ਪ੍ਰੇਰਨਾ ਤੇ ਉਪਦੇਸ਼ ਬਖਸ਼ਦੀ ਹੈ, ਪਰ ਅਸੀਂ ਆਪਣੇ ਜੀਵਨ ਨੂੰ ਕਿਹੋ ਜਿਹਾ ਬਣਾਉਣਾ ਹੈ, ਕਿਹੋ ਜਿਹਾ ਘੜਨਾ ਹੈ, ਇਸ ਦਾ ਸਤਿਗੁਰੂ ਮਹਾਰਾਜ ਨੇ ਇੱਕ ਆਦਰਸ਼ਕ ਸਟਰਕਚਰ ਜਿਹੜਾ ਸਾਡੇ ਸਾਹਮਣੇ ਰੱਖਿਆ। ਅੱਜ ਦੇ ਯੁੱਗ ਵਿੱਚ ਜਦੋਂ ਕਿ ਬਹੁਤ ਆਲੀਸ਼ਾਨ ਤੇ ਸੁੰਦਰ ਬਿਲਡਿੰਗਾਂ ਦੀ ਉਸਾਰੀ ਹੁੰਦੀ ਏ, ਇਮਾਰਤਾਂ ਬਣਦੀਆਂ ਨੇ, ਤੇ ਉਸ ਇਮਾਰਤ ਨੂੰ ਬਣਾਉਣ ਤੋਂ ਪਹਿਲਾਂ ਉਸ ਦਾ ਮਾਡਲ ਤਿਆਰ ਕਰਕੇ ਰੱਖ ਦਿੱਤਾ ਜਾਂਦਾ ਹੈ, ਖਾਸ ਤੌਰ 'ਤੇ ਜੋ ਕੋਈ ਸਾਂਝੀ ਇਮਾਰਤ ਹੋਵੇ, ਤਾਂ ਕਿ ਹਰ ਕੋਈ ਵਿਅਕਤੀ ਇਸ ਨੂੰ ਵੇਖ ਸਕੇ ਵੀ ਜਿਸ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ ਉਹ ਇਸ ਤਰ੍ਹਾਂ ਦੀ ਬਣੇਗੀ। ਉਹਦਾ ਮਾਡਲ ਜਿਹੜਾ ਹੈ ਉਹ ਸਾਹਮਣੇ ਰੱਖਿਆ ਜਾਂਦਾ ਹੈ, ਬਾਕਾਇਦਾ ਉਸ ਦੇ ਨਕਸ਼ੇ ਤਿਆਰ ਕੀਤੇ ਜਾਂਦੇ ਨੇ। ਜੇ ਕੋਈ ਚਿੱਤਰਕਾਰ ਜਦੋਂ ਕੋਈ ਚਿੱਤਰ ਬਣਾਉਂਦਾ ਹੈ, ਤਸਵੀਰ ਘੜਦਾ ਹੈ, ਤਾਂ ਸਭ ਤੋਂ ਪਹਿਲਾਂ ਉਹ ਆਪਣੇ ਦਿਮਾਗ ਵਿੱਚ ਉਸ ਤਸਵੀਰ ਦਾ ਬਿੰਬ ਉਸਾਰ ਲੈਂਦਾ। ਉਸ ਤੋਂ ਬਾਅਦ ਹੀ ਉਹ ਉਸ ਨੂੰ ਇੰਪਲੀਮੈਂਟ ਕਰਦਾ ਹੈ ਆਪਣੇ ਦਿਮਾਗ ਵਿਚਲੀ ਉਸ ਤਸਵੀਰ ਨੂੰ ਕਾਗਜ਼ ਦੇ ਉੱਤੇ ਵਾਹ ਕੇ ਪੈਨਸਲ ਦੇ ਨਾਲ। ਫਿਰ ਉਹਦੇ ਵਿੱਚ ਉਹ ਰੰਗ ਭਰਦਾ ਹੈ, ਕਲਰ ਫਿਲ ਕਰਦਾ ਹੈ, ਅਤੇ ਫਿਰ ਉਹ ਤਸਵੀਰ ਉਘੜ ਕੇ ਸਾਰਿਆਂ ਦੇ ਸਾਹਮਣੇ ਆ ਜਾਂਦੀ ਹੈ ਵੀ ਜਿਹੋ ਜਿਹੀ ਇਹਦੇ ਦਿਮਾਗ ਵਿੱਚ ਸੀ ਉਸ ਨੂੰ ਇਹਨੇ ਕਾਗਜ਼ ਦੀ ਹਿੱਕ ਦੇ ਉੱਤੇ ਉਤਾਰ ਦਿੱਤਾ। ਅਣਘੜਤ ਪੱਥਰ ਹੁੰਦਾ ਹੈ ਜਿਹੜਾ ਬੁੱਤ ਤਰਾਸ਼ ਹੈ, ਉਹ ਸਭ ਤੋਂ ਪਹਿਲਾਂ ਆਪਣੇ ਦਿਮਾਗ 'ਚ ਰੱਖਦਾ ਵੀ ਮੈਂ ਕਿਹੋ ਜਿਹੀ ਮੂਰਤੀ ਘੜਨੀ ਹੈ। ਫਿਰ ਉਹ ਔਜ਼ਾਰਾਂ ਦੀ ਮਦਦ ਦੇ ਨਾਲ ਉਸ ਬੇਢੰਗੇ ਜਿਹੇ ਪੱਥਰ ਨੂੰ ਸੋਹਣੀ ਸ਼ਕਲ ਦਿੰਦਾ ਉਹੋ ਜਿਹੀ ਸ਼ੇਪ ਦੇ ਵਿੱਚ ਘੜਦਾ ਉਸ ਤਰ੍ਹਾਂ ਦਾ ਬਣਾ ਲੈਂਦਾ ਜਿਹੋ ਜਿਹਾ ਉਹਦੇ ਦਿਮਾਗ ਵਿੱਚ ਖਾਕਾ ਹੈ। ਇਹ ਉਦਾਹਰਨਾਂ ਮੈਂ ਇਸ ਕਰਕੇ ਦਿੱਤੀਆਂ ਨੇ ਕਿ ਕਿਸੇ ਵੀ ਚੀਜ਼ ਦੀ ਬਣਤਰ ਲਈ ਸੰਸਾਰ ਵਿੱਚ ਸਭ ਤੋਂ ਪਹਿਲਾਂ ਉਸ ਦਾ ਇੱਕ ਬਿੰਬ, ਉਸ ਦਾ ਇੱਕ ਆਦਰਸ਼ ਮਿਥਿਆ ਜਾਂਦਾ ਹੈ ਵੀ ਇਹ ਕਿਹੋ ਜਿਹੀ ਹੋਵੇ, ਕਿਸ ਤਰ੍ਹਾਂ ਦੀ ਹੋਵੇ। ਬਾਬਾ ਕਬੀਰ ਸਾਹਿਬ ਜੀ ਨੇ ਆਪਣੇ ਸ਼ਲੋਕਾਂ 'ਚ ਬਹੁਤ ਉਦਾਹਰਨਾਂ ਦਿੱਤੀਆਂ, ਹਾਲਾਂਕਿ ਉਹਨਾਂ ਨੇ ਗੁਣਾਂ ਦੀ ਵਿਆਖਿਆ ਕੀਤੀ ਹੈ ਕਿ ਰੱਬ ਦਾ, ਪਰਮੇਸ਼ਰ ਦਾ ਪਿਆਰਾ, ਉਹਨੂੰ ਕਿਹੋ ਜਿਹੇ ਗੁਣਾਂ ਦਾ ਧਾਰਨੀ ਹੋਣਾ ਚਾਹੀਦਾ ਹੈ। ਉਸ ਨੂੰ ਖਾਕ ਸਮਾਨ ਹੋਣਾ ਚਾਹੀਦਾ ਹੈ, ਉਸ ਨੂੰ ਪਾਣੀ ਸਮਾਨ ਹੋਣਾ ਚਾਹੀਦਾ ਹੈ, ਉਸ ਨੂੰ ਪੱਥਰ ਸਮਾਨ ਹੋਣਾ ਚਾਹੀਦਾ ਹੈ। ਇਹ ਫੋਰ ਐਗਜ਼ੈਂਪਲ ਉਦਾਹਰਣਵਤ ਗੱਲਾਂ ਕੀਤੀਆਂ ਨੇ। ਫਿਰ ਉਹਨਾਂ ਨੇ ਅਖੀਰ 'ਤੇ ਕਿਹਾ ਗੁਣ ਤਾਂ ਸਾਰੇ ਹੀ ਹੋਣ, ਉਹਦੇ ਵਿੱਚ ਖਾਕ ਸਾਰ ਹੋਣ ਦੀ ਭਾਵ ਨਿਮਰਤਾ ਵਿੱਚ ਰਹਿਣ ਦੀ ਬਿਰਤੀ ਵੀ ਹੋਵੇ, ਉਸ ਵਿੱਚ ਪੱਥਰ ਸਮਾਨ ਆਪਣੇ ਆਪ ਨੂੰ ਗੁਰੂ ਮੁਤਾਬਕ, ਰੱਬੀ ਗੁਣਾਂ ਮੁਤਾਬਕ ਘੜੇ ਜਾਣ ਦੀ ਭਾਵਨਾ ਵੀ ਉਹਦੇ ਵਿੱਚ ਹੋਵੇ। ਉਹ ਉਜਰ ਨਾ ਕਰੇ, ਜਿਵੇਂ ਪੱਥਰ ਉਜਰ ਨਹੀਂ ਨਾ ਕਰਦਾ। ਆਪਾਂ ਨੂੰ ਕਈ ਵਾਰ ਲੱਗਦਾ ਵੀ ਕਬੀਰ ਸਾਹਿਬ ਦੇ ਜਿਹੜੇ ਇਹ ਸ਼ਲੋਕ ਨੇ ਵੀ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ, ਪਾਣੀ ਹੁਆ ਤਾਂ ਕਿਆ ਪਿਆ, ਸੀਰਾ ਤਾਤਾ ਹੋਏ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ 3-4 ਸ਼ਲੋਕਾਂ ਦਾ ਇੱਕ ਸਮੂਹ ਹੈ। ਅਤੇ ਕਈ ਵਾਰ ਸਾਨੂੰ ਲੱਗਦਾ ਹੈ ਵੀ ਕਬੀਰ ਸਾਹਿਬ ਜੀ ਇਵੇਂ ਲੱਗਦਾ ਵੀ ਸੈਟਿਸਫਾਈ ਨਹੀਂ, ਪਹਿਲਾਂ ਪਾਣੀ ਦੀ ਉਦਾਹਰਣ ਦੇ ਲੈਂਦੇ ਨੇ, ਫਿਰ ਕਹਿੰਦੇ ਨਹੀਂ ਬੰਦਾ ਖੇਹ ਵਰਗਾ ਚਾਹੀਦਾ ਹੈ। ਫਿਰ ਉਹਨਾਂ ਨੂੰ ਲੱਗਦਾ ਵੀ ਖੇਹ ਹੋਈ ਤਾਂ ਕਿਆ ਪਾਇਆ, ਜੋੜ ਲੱਗ ਗਿਆ ਅੰਗ। ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ।
ਹੁਣ ਉਹਨਾਂ ਨੂੰ ਲੱਗਦਾ ਵੀ ਪੱਥਰ ਸਮਾਨ ਵੀ ਹੋਵੇ, ਫਿਰ ਉਹ ਕਹਿੰਦੇ ਨੇ ਵੀ ਪੰਥੀ ਕੋ ਦੁੱਖ ਦੇ। ਉਹ ਉਦਾਹਰਨਾਂ ਦੇ ਵਿੱਚ ਉਹ ਇਹ ਸਮਝਾਉਣ ਦਾ ਯਤਨ ਕਰ ਰਹੇ ਨੇ ਵੀ ਗੁਣ ਭਾਵੇਂ ਪੱਥਰ ਵਰਗਾ ਵੀ ਤੇਰੇ 'ਚ ਹੋਵੇ, ਭਾਵ ਜਿਵੇਂ ਪੱਥਰ ਉਜਰ ਨਹੀਂ ਨਾ ਕਰਦਾ ਘੜਨ ਵਾਲੇ ਦੇ ਸਾਹਮਣੇ, ਵੈਸੇ ਇੱਕ ਬਿਨੈ ਕਰਾਂ ਪੱਥਰ ਦਾ ਬੁੱਤ ਆਪਾਂ ਵੇਖ ਕੇ ਕਿੰਨੇ ਖੁਸ਼ ਹੁੰਦੇ ਵੀ ਕਮਾਲ ਹੈ, ਘੜਨ ਵਾਲੇ ਨੇ ਇੱਕ ਜਾਨ ਹੀ ਨਹੀਂ ਪਾਈ, ਇੱਕ ਸਾਹ ਹੀ ਨਹੀਂ ਲੈਂਦਾ ਏ, ਪਰ ਲੱਗਦਾ ਨਹੀਂ ਦੂਰੋਂ ਵੇਖਿਆ ਵੀ ਇਹ ਕੋਈ ਪੱਥਰ ਦੀ ਬੇਜਾਨ ਮੂਰਤੀ ਹੈ। ਇੰਨੀ ਸੁੰਦਰ ਕਲਾ ਜਿਹੜੀ ਹੈ ਬੰਦੇ ਨੇ ਉਹਦੇ ਉੱਤੇ ਹੁਨਰ ਵਰਤਿਆ। ਪਰ ਸੱਚਮੁੱਚ ਜਦੋਂ ਅਸੀਂ ਸਤਿਗੁਰੂ ਦੇ ਨੇੜੇ ਹੁੰਦੇ ਆ ਨਾ, ਸਤਿਗੁਰੂ ਦਾ ਕੰਮ ਬੁੱਤ ਤਰਾਸ਼ ਨਾਲੋਂ ਕਿਤੇ ਔਖਾ ਹੈ, ਕਿਉਂਕਿ ਗੁਰੂ ਨੇ ਜਿਹੜੇ ਜਿਉਂਦੇ ਜਾਗਦੇ ਮਨੁੱਖ ਨੂੰ ਘੜਨਾ ਹੁੰਦਾ ਨਾ, ਉਹਦੇ 'ਚ ਤਾਂ 100 ਕੁਤਰਕਾਂ ਹੁੰਦੀਆਂ ਨੇ, 100 ਉਜਰ ਹੁੰਦੇ ਨੇ, 100 ਬਹਾਨੇ ਹੁੰਦੇ ਨੇ। ਆਲਸ ਦਾ ਪੁਤਲਾ ਹੁੰਦਾ ਹੈ, ਉਹਦੇ ਅੰਦਰ ਇੰਨਾ ਕੁਝ ਭਰਿਆ ਪਿਆ, ਐਸੇ ਮਨੁੱਖ ਨੂੰ ਘੜਨਾ ਸੱਚਮੁੱਚ ਹੀ ਬੜਾ ਕਠਿਨ ਕਾਰਜ ਹੈ। ਸਾਨੂੰ ਕੀ ਲੱਗਦਾ ਵੀ ਸਤਿਗੁਰੂ ਗੁਰੂ ਨਾਨਕ ਮਹਾਰਾਜ ਦੇ ਦਰਬਾਰ ਵਿੱਚ ਜਿਸ ਵੇਲੇ ਭਾਈ ਲਹਿਣਾ ਜੀ ਆਉਂਦੇ ਨੇ, ਗੁਰੂ ਨਾਨਕ ਮਹਾਰਾਜ ਵਾਸਤੇ ਤੇ ਭਾਈ ਲਹਿਣੇ ਵਾਸਤੇ ਇਹ ਕੋਈ ਸੌਖਾ ਕਾਰਜ ਸੀ? ਭਾਈ ਲਹਿਣੇ ਵਾਸਤੇ ਵੀ ਬੜਾ ਔਖਾ ਸੀ। ਕਿਵੇਂ ਆਪਣੇ ਆਪ ਨੂੰ, ਜਿਹੜਾ ਜੀਵਨ ਉਹਨਾਂ ਨੇ ਹੁਣ ਤੱਕ ਉਸਾਰਿਆ, ਜਿਹੋ ਜਿਹਾ ਉਹਨਾਂ ਦਾ ਸੁਰਤ ਹੈ, ਜਿਹੋ ਜਿਹਾ ਮਨ ਹੈ, ਜਿਹੋ ਜਿਹਾ ਕਰਮ ਹੈ, ਜਿਹੋ ਜਿਹੇ ਅਮਲ ਨੇ, ਜਿਹੋ ਜਿਹੇ ਵਿਚਾਰ ਨੇ, ਉਹ ਸਾਰੇ ਕੁਝ ਤੋਂ ਖਹਿੜਾ ਛੁਡਾਉਣਾ ਅਤੇ ਉਸ ਨੂੰ ਆਪਣੇ ਹੱਥੀਂ ਖਤਮ ਕਰਨਾ ਅਤੇ ਇੱਕ ਨਵੇਂ ਜੀਵਨ ਦੀ ਉਸਾਰੀ ਵਾਸਤੇ ਸਮਰਪਿਤ ਹੋਣਾ ਬੜਾ ਔਖਾ ਕਾਰਜ ਹੈ, ਬਹੁਤ ਔਖਾ। ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਵੀ ਧਿਆਨ ਪਲ ਪਲ ਜਿਹੜਾ ਹੈ ਉਹ ਇਸੇ ਚੀਜ਼ ਉੱਤੇ ਲੱਗ ਰਿਹਾ। ਸਹਿਲਾ ਗੁਰੂ ਵਾਸਤੇ ਵੀ ਨਹੀਂ ਹੈ ਅਤੇ ਸਹਿਲਾ ਸਿੱਖ ਵਾਸਤੇ ਵੀ ਨਹੀਂ ਹੈ, ਪਰ ਇੱਥੇ ਤਾਲਮੇਲ ਜੇ ਬਣ ਜਾਏ ਨਾ ਗੁਰੂ ਦਾ ਅਤੇ ਸਿੱਖ ਦਾ, ਫਿਰ ਹੀ ਇਹ ਆਸ਼ੇ ਦੀ ਪੂਰਤੀ ਹੋ ਸਕਦੀ ਹੈ। ਨਹੀਂ ਤਾਂ ਬਾਣੀ ਵਿੱਚ ਇਹ ਦੋਵਾਂ ਪੱਖਾਂ ਦਾ ਸਤਿਗੁਰੂ ਨੇ ਉਪਦੇਸ਼ ਦਿੱਤਾ ਹੈ, ਬਚਨ ਕਹੇ ਨੇ ਵੀ ਇੱਕ ਤਾਂ ਇਹ ਹੈ ਵੀ ਕਈ ਬਦਲਣਾ ਚਾਹੁੰਦੇ ਹੁੰਦੇ ਨੇ, ਉਹਨਾਂ ਨੂੰ ਕੋਈ ਸੇਧ ਦੇਣ ਵਾਲਾ ਹੀ ਸੁਚੱਜਾ ਨਹੀਂ ਮਿਲਦਾ। ਉਹ ਕਾਚੇ ਗੁਰ ਦੀ ਅਤੇ ਅੰਧਲੇ ਗੁਰ ਦੀ ਗੱਲ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕਹੀ ਗਈ ਹੈ। ਅਤੇ ਇਹ ਵੀ ਕਿਹਾ ਗਿਆ ਵੀ ਗੁਰੂ ਵੀ ਮੁਕੰਮਲ ਹੋਵੇ ਅਤੇ ਜੇ ਸਿੱਖ ਤਾਲਮੇਲ ਵਿੱਚ ਨਾ ਰਹੇ ਅਤੇ ਤਾਂ ਵੀ ਕਹਾਣੀ ਸਿਰੇ ਨਹੀਂ ਲੱਗਦੀ। ਉੱਥੇ ਸਤਿਗੁਰੂ ਨੇ ਬਾਬਾ ਕਬੀਰ ਸਾਹਿਬ ਜੀ ਦੀ ਤਾਂ ਇੱਥੋਂ ਤੱਕ ਗਿਆ, ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਸੰਸਾਰ ਦੀ ਕੋਈ ਵੀ ਦੋ ਚੀਜ਼ਾਂ ਨਾ, ਜਿੰਨਾ ਚਿਰ ਉਹਨਾਂ 'ਚ ਤਾਲਮੇਲ ਪ੍ਰੋਪਰ ਨਹੀਂ ਬਣਦਾ, ਕੁਦਰਤ ਦਾ ਇਹ ਨਿਯਮ ਹੈ, ਤਾਲਮੇਲ ਤੋਂ ਬਿਨਾਂ ਕੋਈ ਵੀ ਕਾਰਜ ਸਿਰੇ ਨਹੀਂ ਚੜ੍ਹਦਾ ਕਿਸੇ ਵੀ ਚੀਜ਼ ਦਾ। ਜਿਹੜਾ ਗੁਰਮਤ ਦਾ ਮਾਰਗ ਹੈ, ਇੱਥੇ ਵੀ ਸਿੱਖ ਦਾ ਅਤੇ ਗੁਰੂ ਦਾ ਜਿੰਨਾ ਚਿਰ ਆਪਸ ਵਿੱਚ ਤਾਲਮੇਲ ਨਾ ਬਣੇ ਇੱਕ ਦੂਸਰੇ ਦੇ ਪ੍ਰਤੀ, ਕਹਾਣੀ ਅੱਗੇ ਨਹੀਂ ਤੁਰਦੀ। ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ਲੋਕ ਬਾਬਾ ਕਬੀਰ ਸਾਹਿਬ, ਹੁਣ ਉਹ ਗੁਣਾਂ ਦੀ ਗੱਲ ਕਰਦੇ ਆ, ਕਹਿੰਦੇ ਨਹੀਂ, ਗੱਲ ਤਾਂ ਫਿਰ ਵੀ ਅਧੂਰੀ ਰਹੇਗੀ, ਪਰ ਇਹ ਸਾਰੇ ਗੁਣ ਧਾਰਨ ਕਰਦਿਆਂ ਕਰਦਿਆਂ ਆਦਰਸ਼ ਕੀ ਹੋਵੇ। ਤੁਹਾਡੇ ਸਾਹਮਣੇ ਕੋਈ ਜਿਹੜਾ ਆਈਡੀਅਲ ਸਟਰਕਚਰ ਹੈ ਉਹ ਕਿਹੋ ਜਿਹਾ ਹੋਵੇ। ਉਹਨਾਂ ਗੱਲ ਇਸ ਸਿਰੇ ਉੱਤੇ ਲਿਆਂਦੀ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕਿ ਮੈਂ ਕਈ ਵਾਰ ਬਿਨੈ ਕੀਤੀ ਹੈ, ਮੰਨ ਲਓ ਇੱਕ ਹੁੰਦੀ ਹੈ ਘਟਨਾ ਹਿਸਟਰੀ ਦੀ, ਇਤਿਹਾਸ ਦੀ, ਇੱਕ ਹੈ ਘਟਨਾ ਦਾ ਬ੍ਰਿਤਾਂਤ, ਕਿ ਉਹ ਗੱਲ ਦੇ ਵਿੱਚ ਵਿਚਾਲੇ ਕੀ, ਘਟਨਾ ਦੇ ਵਿੱਚ ਕੀ ਕੁਝ ਭਰਿਆ ਪਿਆ। ਮੈਂ ਕਈ ਵਾਰੀ ਉਦਾਹਰਣ ਦਿੰਦਾ ਵੀ ਮੰਨ ਲਓ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ 'ਚੋਂ ਥੋੜ੍ਹੇ ਸਮੇਂ ਲਈ ਆਪਣੇ ਘਰ ਆਏ ਹੋਣਗੇ ਭਾਈ ਲਹਿਣਾ ਜੀ, ਅਤੇ ਹਰ ਬੰਦਾ ਨਾ ਇਸ ਮੌਕੇ ਦੇ ਉੱਤੇ ਵੇਖਣ ਵਾਲਾ ਕੋਈ ਮਜ਼ਾਕ ਵੀ ਕਰਦਾ ਹੈ ਅਤੇ ਕੋਈ ਸੋਚਦਾ ਵੀ ਹੈ ਅਤੇ ਕੋਈ ਹੈਰਾਨ ਵੀ ਹੁੰਦਾ ਹੈ। ਇੱਕ ਸਫਲ ਵਪਾਰੀ, ਪੜ੍ਹਿਆ ਲਿਖਿਆ, ਅਤੇ ਜਿਹਦਾ ਨਗਰ ਅਤੇ ਇਲਾਕੇ 'ਚ ਸਨਮਾਨ ਵੀ ਬਹੁਤ ਹੈ, ਦੇਵੀ ਦਾ ਸੰਗ ਲੈ ਕੇ ਜਾਂਦਾ ਹੈ, ਅਤੇ ਜਿਹੜਾ ਮੋਹਰੀ ਹੈ ਸਾਰਿਆਂ ਦਾ, ਸਾਰੇ ਜਥੇ ਦੀ ਅਗਵਾਈ ਵੀ ਕਰਦਾ ਹੈ, ਧਾਰਮਿਕ ਤੌਰ 'ਤੇ ਵੀ, ਸਮਾਜਿਕ ਤੌਰ 'ਤੇ ਵੀ, ਫਾਈਨੈਂਸ਼ਲੀ ਵੀ, ਅਤੇ ਪਰਿਵਾਰਕ ਤੌਰ 'ਤੇ ਵੀ, ਜਿਹੜਾ ਵੈਲ ਐਸਟੈਬਲਿਸ਼ ਹੈ ਬੰਦਾ, ਸਥਾਪਿਤ ਹੈ। ਕੋਈ ਵੀ ਤੁਸੀਂ ਭਾਈ ਲਹਿਣੇ ਦਾ ਜੀਵਨ ਪੁਰਾਣਾ ਪੜ੍ਹੋ, ਕੋਈ ਪੱਖ ਤੁਹਾਨੂੰ ਨਹੀਂ ਲੱਗੇਗਾ ਵੀ ਊਣਾ ਹੈ। ਇੱਕ ਸਫਲ ਦੁਕਾਨਦਾਰ ਵਪਾਰੀ ਵੀ ਨੇ, ਉਹ ਪੜ੍ਹੇ ਲਿਖੇ ਵੀ ਨੇ, ਧਾਰਮਿਕ ਤੌਰ 'ਤੇ ਵੀ ਉਹਨਾਂ ਦੀ ਚੰਗਾ ਇਲਾਕੇ 'ਚ ਆਲੇ ਦੁਆਲੇ 'ਚ ਪ੍ਰਭਾਵ ਹੈ।
ਪਰ ਪਰਿਵਾਰਕ ਤੌਰ 'ਤੇ ਵੀ ਤੁਸੀਂ ਵੇਖੋ, ਪਰਮੇਸ਼ਰ ਨੇ 2 ਧੀਆਂ 2 ਪੁੱਤਰ ਬਖਸ਼ੇ ਹੋਏ ਨੇ। ਰਿਸ਼ਤੇਦਾਰ ਵੀ ਪੜ੍ਹੇ ਲਿਖੇ ਤੇ ਵਪਾਰੀ ਨੇ। ਸਹੁਰਾ ਪਰਿਵਾਰ ਹੋਏ, ਚਾਹੇ ਉਹਨਾਂ ਦਾ ਆਪਣਾ ਸ਼ਰੀਕਾ ਬਰਾਦਰੀ ਭਾਈਚਾਰਾ ਹੋਵੇ, ਕਿਸੇ ਨੇ ਕਿਹਾ ਤਾਂ ਹੋਏਗਾ ਨਾ ਵੀ ਭਾਈ ਜੀ ਇੰਨੇ ਪੜ੍ਹੇ ਲਿਖੇ, ਸਿਆਣੇ, ਸੂਝਵਾਨ, ਧਰਮੀ ਤੇ ਵਪਾਰੀ ਹੋ ਕੇ ਤੁਸੀਂ ਕਰਤਾਰਪੁਰ ਪੰਡਾਂ ਢੋਂਦੇ ਹੋ, ਝਾੜੂ ਦਿੰਦੇ ਹੋ, ਉੱਥੇ ਰਹਿ ਕੇ ਸੇਵਾ ਕਰਦੇ ਹੋ, ਪਰਿਵਾਰ ਛੱਡਿਆ ਹੋਇਆ, ਤੁਸੀਂ ਚਾਹੁੰਦੇ ਕੀ ਹੋ? ਬੰਦੇ ਨੂੰ ਜ਼ਿੰਦਗੀ ਵਿੱਚ ਕੀ ਕੁਝ ਚਾਹੀਦਾ ਹੁੰਦਾ? ਜਰਾ ਆਪਾਂ ਸੋਚ ਕੇ ਵੇਖੀਏ, ਆਪਾਂ ਆਪਣੇ ਹਿਸਾਬ ਨਾਲ। ਸਾਡੇ ਕੋਲ ਇੰਨਾ ਕੁਝ ਹੋਵੇ, ਧਾਰਮਿਕ ਤੌਰ 'ਤੇ ਭੱਲ ਬਣੀ ਹੋਵੇ, ਦੌਲਤ ਹੋਵੇ, ਪਰਿਵਾਰ ਵਧੀਆ ਹੋਵੇ, ਪੜ੍ਹਾਈ ਲਿਖਾਈ ਹੋਵੇ, ਸਮਾਜ ਵਿੱਚ ਚੰਗੇ ਸਥਾਪਿਤ ਹੋਈਏ, ਚੰਗੀ ਰਿਸਪੈਕਟ ਹੋਵੇ, ਹੋਰ ਬੰਦਾ ਕੀ ਚਾਹੁੰਦਾ ਹੈ? ਇਹਨਾਂ ਚੀਜ਼ਾਂ ਲਈ ਆਪਾਂ ਸਾਰਾ ਜੀਵਨ ਕੱਢ ਦਿੰਦੇ ਹਾਂ ਵੀ ਕਿਤੇ ਨਾ ਕਿਤੇ। ਇਹ ਕਾਰਨ ਹੈ, ਤੁਸੀਂ ਵੇਖਣਾ ਦੁਨੀਆ ਵਿੱਚ ਨਾ, ਦੁਨੀਆ 'ਚ, ਸਮਾਜ ਵਿੱਚ ਬੰਦਾ ਫਾਈਨੈਂਸ਼ਲੀ ਐਸਟੈਬਲਿਸ਼ ਹੈ, ਚੰਗਾ ਮਾਇਆਧਾਰੀ ਹੈ, ਪਰਿਵਾਰ ਵਧੀਆ ਹੈ, ਪੜ੍ਹਿਆ ਲਿਖਿਆ ਹੈ, ਉਹਨੂੰ ਲੱਗਦਾ ਵੀ ਮੇਰੇ ਜੀਵਨ 'ਚ ਕੋਈ ਪੱਖ ਹੋਣਾ ਹੈ। ਉਹ ਜੇ ਸਮਾਜ ਵਿੱਚ ਭਲ ਨਾ ਬਣਾ ਸਕੇ ਤਾਂ ਧਰਮ ਦੀ ਵਰਤੋਂ ਕਰਨ ਲੱਗ ਪੈਂਦਾ। ਕੋਲੋਂ ਪੈਸਾ ਲਾ ਕੇ ਵੱਡੀ ਵੱਡੀ ਕੋਈ ਧਾਰਮਿਕ ਇਮਾਰਤ ਖੜੀ ਕਰ ਲੈਂਦਾ ਅਤੇ ਉੱਥੇ ਉਹ ਫਿਰ ਉਹਦੇ ਰਾਹੀਂ ਫਿਰ ਦੁਨੀਆ ਦੇ ਵਿੱਚ ਮਾਣ ਸਨਮਾਨ ਚਾਹੁੰਦਾ। ਉਹਨੂੰ ਲੱਗਦਾ ਵੀ ਇੱਕ ਸਮਾਜਿਕ ਅਤੇ ਧਾਰਮਿਕ ਪੱਖ ਰਹਿ ਗਿਆ ਜਿੱਥੇ ਮੈਂ ਕੁਝ ਕਰ ਨਹੀਂ ਸਕਿਆ। ਮਾਇਆਧਾਰੀ ਹੁੰਦਾ ਹੋਰ ਨਹੀਂ ਕੋਈ, ਅਤੇ ਉਹ ਮੇਰੇ ਵਰਗਾ ਆਪਣਾ ਗੁਰਦੁਆਰਾ ਹੀ ਖੋਲ੍ਹ ਲੈਂਦਾ ਵੀ ਇਹ ਪੱਖ ਵੀ ਅਧੂਰਾ ਨਾ ਰਹਿ ਜਾਏ, ਇੱਥੇ ਵੀ ਮੈਂ ਐਸਟੈਬਲਿਸ਼ ਜਿਹਾ ਹੋ ਜਾਵਾਂ, ਲੋਕ ਮੈਨੂੰ ਧਾਰਮਿਕ ਤੌਰ 'ਤੇ ਵੀ ਜਾਣਨ ਲੱਗ ਪੈਣ। ਉਹਨੂੰ ਲੱਗਦਾ ਵੀ ਇਹ ਇੱਕ ਘਾਟ ਮੇਰੇ ਜੀਵਨ 'ਚ ਰਹਿ ਗਈ ਹੈ। ਧਰਮ ਦੀ ਦੁਨੀਆ 'ਚ ਮੇਰਾ ਨਾਂ ਨਹੀਂ, ਸਮਾਜ ਵਿੱਚ ਮੇਰਾ ਨਾਂ ਨਹੀਂ, ਭਾਵੇਂ ਮੈਂ ਮਾਇਆਧਾਰੀ ਬਹੁਤ ਹਾਂ, ਪਰਿਵਾਰਕ ਤੌਰ 'ਤੇ ਠੀਕ ਹੈ ਸਾਰਾ ਕੁਝ, ਪਰ ਉਹ ਇੱਕ ਕਈ ਵਾਰ ਅੰਦਰ ਭਾਵਨਾ ਹੋਰ ਹੁੰਦੀ ਹੈ। ਪਰ ਉਹ ਇੱਕ ਭੱਲ ਬਣਾਉਣ ਦੇ ਚੱਕਰ ਵਿੱਚ ਵੀ ਬੰਦਾ ਇਸ ਰਾਹ ਦੇ ਉੱਤੇ ਪੈ ਜਾਂਦਾ। ਪਰ ਜਿਹਦੀ ਬਣੀ ਬਣਾਈ ਭੱਲ ਹੋਵੇ, ਤੁਸੀਂ ਸੋਚੋ ਜ਼ਰਾ, ਉਹ ਸਾਰਾ ਕੁਝ ਛੱਡ ਕੇ ਤੁਰ ਜਾਏ, ਕਿੱਡਾ ਵੱਡਾ ਜਿਗਰਾ ਚਾਹੀਦਾ ਇਸ ਚੀਜ਼ ਲਈ। ਅਤੇ ਕਿਸੇ ਕਿਹਾ ਤਾਂ ਹੋਏਗਾ ਭਾਈ ਲੈਣਾ ਜੀ, ਤੁਸੀਂ ਚਾਹੁੰਦੇ ਕੀ ਹੋ, ਹੋਰ ਕੀ ਬਣਨਾ ਹੈ ਜੀਵਨ 'ਚ? ਪਰ ਕੌਣ ਜਾਣਦਾ ਸੀ ਵੀ ਭਾਈ ਲੈਣਾ ਤਾਂ ਇੱਕੇ ਜਗ੍ਹਾ ਦੇ ਉੱਤੇ ਨਜ਼ਰ ਟਿਕਾਈ ਆਪਣਾ ਸਫ਼ਰ ਤੈਅ ਕਰ ਰਿਹਾ ਵੀ ਹੁਣ ਨਾਨਕ ਬਣਨਾ ਹੈ। ਹੋਰ ਸਭ ਕੁਝ ਬਣ ਕੇ ਵੇਖਿਆ ਜੀਵਨ 'ਚ। ਮੇਰਾ ਏਮ ਗੁਰੂ ਨਾਨਕ ਤੋਂ ਉਰੇ ਹੈ ਹੀ ਨਹੀਂ, ਨਾਨਕ ਬਣਨਾ ਹੈ। ਔਰ ਸੱਚੀ ਗੱਲ ਇਹ ਹੈ, ਆਪਾਂ ਕਿੰਨਾ ਵੀ ਕਹੀਏ ਨਾ ਵੀ ਮੈਂ ਫਲਾਣੇ ਵਰਗਾ ਬਣਨਾ, ਅਗਲਾ ਬਣ ਦੇਵੇਗਾ ਤੇ ਬਣੋਗੇ ਨਾ। ਜੇ ਭਾਈ ਲਹਿਣੇ ਨੇ ਆਖਿਆ ਨਾ ਮੈਂ ਗੁਰੂ ਨਾਨਕ ਬਣਨਾ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਬਾਹਾਂ ਪਸਾਰ ਕੇ ਭਾਈ ਲਹਿਣੇ ਨੂੰ ਆਪਣੇ ਕਲਾਵੇ 'ਚ ਲਿਆ, ਔਰ ਕੋਈ ਚੀਜ਼ ਪੱਖੋਂ ਨਾ ਊਣਾ ਛੱਡਿਆ ਨਾ ਲੁਕੋ ਰੱਖਿਆ। ਕਿੱਡੀ ਵੱਡੀ ਦਿਆਨਤਦਾਰੀ ਹੈ, ਕਿੱਡਾ ਉੱਚਾ ਅਮਲ ਹੈ। ਔਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਏਡੀ ਮਹਾਨ ਸ਼ਖਸੀਅਤ ਨੇ ਵੀ ਜੋ ਵੀ ਉਹਨਾਂ ਦੇ ਨੇੜੇ ਢੁਕਿਆ, ਉਹਨਾਂ ਆਪਣਾ ਆਪ, ਆਪਣਾ ਵਜੂਦ ਵੀ ਉਸ ਬੰਦੇ ਦੇ ਵਿੱਚ ਸਮਾਉਣ ਤੋਂ ਜ਼ਰਾ ਜਿੰਨੀ ਦੇਰੀ ਨਹੀਂ ਲਾਈ। ਸਤਿਗੁਰੂ ਦੀ ਬਾਣੀ ਇਹਨਾਂ ਖੂਬੀਆਂ ਦੀ ਚਰਚਾ ਹੀ ਕਰਦੀ ਹੈ। ਕਰਤ ਨਾ ਲਾਗੀ ਵਾਰ। ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅਸੀਂ ਕਈ ਵਾਰ ਸੋਚ ਲੈਂਦੇ ਹਾਂ, ਜਦੋਂ ਰੱਬ ਦੇ ਬਾਬਤ ਗੱਲ ਚੱਲਦੀ ਹੈ, ਪਰਮੇਸ਼ਰ ਦੇ ਬਾਬਤ ਗੱਲ ਚੱਲਦੀ ਹੈ, ਤਾਂ ਇਹ ਖਿਆਲ ਮਤ ਕਰਨਾ ਵੀ ਗੁਰੂ ਸਾਹਿਬ ਸਮੇਂ ਦੀ ਪ੍ਰਚਲਿਤ ਪ੍ਰਣਾਲੀ ਵਾਂਗ ਹੀ ਰੱਬ ਦੀ ਵਿਆਖਿਆ ਕਰਦੇ ਅੱਗੇ ਤੁਰੇ ਜਾ ਰਹੇ ਨੇ। ਗੁਰਮਤ ਵਿੱਚ, ਗੁਰਬਾਣੀ ਵਿੱਚ ਰੱਬ ਜੇ ਸਿਰਜਣਹਾਰ ਹੈ, ਰੱਬ ਕਰਤਾ ਧਰਤਾ ਤੇ ਹਰਤਾ ਹੈ, ਰੱਬ ਕੁੱਲ ਮਖਲੂਕ ਵਿੱਚ ਸੁਭਾਏਮਾਨ ਹੈ, ਰੱਬ ਕਰਨ ਕਾਰਨ ਸਮਰੱਥ ਹੈ, ਰੱਬ ਜਿਸ ਦੀਆਂ ਬਰਕਤਾਂ ਤੇ ਬਖਸ਼ਿਸ਼ਾਂ ਦੀ ਗੁਰਬਾਣੀ ਦੇ ਵਿੱਚ ਵਿਆਖਿਆ ਕੀਤੀ ਗਈ ਹੈ, ਉਹ ਸਾਡੇ ਆਦਰਸ਼ਕ ਜੀਵਨ ਦਾ ਬੇਸ ਤੇ ਆਈਡੀਅਲ ਵੀ ਹੈ। ਸਤਿਗੁਰੂ ਨੇ ਜਦੋਂ ਵੀ ਮਨੁੱਖ ਨੂੰ ਉੱਚੇ ਉੱਠਣ ਦੀ ਗੱਲ ਕਹੀ ਹੈ ਨਾ, ਵੀ ਸਵਾਰ ਆਪਣੇ ਆਪ ਨੂੰ, ਸੁਚੱਜਾ ਬਣ, ਚੰਗਾ ਬਣ, ਤੇ ਉਹਨਾਂ ਨੇ ਇੱਕੋ ਹੀ ਆਦਰਸ਼ ਸਾਹਮਣੇ ਰੱਖਿਆ ਵੀ ਤੂੰ ਪਰਮੇਸ਼ਰ ਵਾਲੇ ਪਾਸੇ ਤੁਰ। ਤੇਰਾ ਬੇਸ ਵੀ ਇਹ ਹੈ ਤੇ ਤੇਰਾ ਏਮ ਵੀ ਇਹ ਹੋਣਾ ਚਾਹੀਦਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਸ ਪਰਮੇਸ਼ਰ ਵਾਹਿਗੁਰੂ ਦਾ ਆਦਰਸ਼ ਹੀ ਸਾਡੇ ਸਾਹਮਣੇ ਰੱਖ ਰਹੇ ਨੇ।
ਗੁਣ ਸੰਸਾਰ ਵਿੱਚ ਬਹੁਤ ਲੋਕਾਂ ਕੋਲ ਨੇ, ਔਰ ਅਸੀਂ ਸਾਰੀ ਉਮਰ ਚੰਗੇ ਗੁਣ ਦੂਜੇ ਇੱਕ ਦੂਜੇ ਕੋਲੋਂ ਗ੍ਰਹਿਣ ਕਰਨਾ ਹੈ, ਸਿੱਖਣਾ ਹੈ, ਇਸੇ ਤਰ੍ਹਾਂ ਹੀ ਜ਼ਿੰਦਗੀ ਅੱਗੇ ਵੱਧਦੀ ਹੈ। ਪਰ ਮਹਾਰਾਜ ਆਖਦੇ ਨੇ ਆਦਰਸ਼ ਤੇਰਾ ਕੀ ਹੋਵੇ। ਸਾਹਿਬ ਨੇ ਬਚਨ ਕਿਹਾ ਸਾਧੋ ਗੋਬਿੰਦ ਕੇ ਗੁਣ ਗਾਵੋ। ਹੇ ਭਾਈ ਸਤ ਸੰਗਿਓ, ਸ੍ਰਿਸ਼ਟੀ ਦੇ ਸਿਰਜਣਹਾਰ ਵਾਹਿਗੁਰੂ ਅਕਾਲ ਪੁਰਖ ਦੇ ਗੁਣਾਂ ਦਾ ਚਿੰਤਨ ਕਰੋ, ਯਾਨੀ ਕਿ ਉਸ ਨੂੰ ਆਪਣੇ ਜੀਵਨ ਦਾ ਆਦਰਸ਼ ਮਿਥੋ। ਤੇ ਗੋਬਿੰਦ ਦੇ ਗੁਣਾਂ ਦਾ ਵਿਖਿਆਨ ਸਾਹਿਬ ਨੇ ਆਪਣੀ ਮੁਬਾਰਕ ਬਾਣੀ 'ਚ ਕੀਤਾ। ਉਹਦੇ ਗੁਣ ਤਾਂ ਘੱਟ ਘੱਟ ਵਿੱਚ ਸਾਰੀ ਕਾਇਨਾਤ ਵਿੱਚੋਂ ਵਿਖਾਈ ਦੇ ਰਹੇ ਨੇ, ਵਾਪਰ ਰਹੇ ਨੇ ਲਗਾਤਾਰ। ਲੋੜ ਤਾਂ ਉਹਨਾਂ ਨੂੰ ਮਹਿਸੂਸ ਕਰਨ ਤੇ ਅਨੁਭਵ ਕਰਨ ਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਹੋਰ ਬਚਨ ਬਾ ਕਮਾਲ ਕਿਹਾ ਵੀ ਹੁਣ ਜਦੋਂ ਸਤਿਗੁਰੂ ਇਹ ਕਹਿੰਦੇ ਨਾ ਗੋਬਿੰਦ ਕੇ ਗੁਣ ਗਾਵੋ ਜਾਂ ਰਸਨਾ ਗੁਣ ਗੋਪਾਲ ਨਿਧ ਗਾਇਣ, ਐਸੇ ਬਚਨ ਜਦੋਂ ਬਾਣੀ 'ਚ ਆਉਂਦੇ ਨੇ ਤੇ ਇੱਕ ਉਦਾਹਰਣ ਦਿਆਂ ਵੀ ਧੰਨ ਗੁਰੂ ਅਰਜਨ ਸਾਹਿਬ ਨੇ ਨਾ ਇੱਕ ਬਚਨ ਕਿਹਾ 12 ਮਾਹ ਦੇ ਪਹਿਲੇ ਪਦੇ ਵਿੱਚ। ਉਹ ਕਹਿੰਦੇ ਇੱਕ ਕਿਸਾਨ ਖੇਤੀ ਕਰਦਾ, ਹੁਣ ਜੇ ਉਹ ਪਾਣੀ ਨਾਲ ਫਸਲ ਨੂੰ ਸਿੰਜੇ ਨਾ, ਯਾਨੀ ਕਿ ਉਹਦੇ 'ਤੇ ਮਿਹਨਤ ਨਾ ਕਰੇ, ਪਾਣੀ ਨਾ ਆਵੇ ਫਸਲ ਨੂੰ, ਤੇ ਫਸਲ ਸੁੱਕ ਜਾਂਦੀ ਹੈ। ਜਦੋਂ ਫਸਲ ਹੀ ਸੁੱਕ ਗਈ ਤੇ ਉਹਨੂੰ ਪ੍ਰਾਪਤੀ ਕੀ ਹੋਏਗੀ? ਅਨਾਜ ਉਹਦੇ ਘਰ ਨਹੀਂ ਆਏਗਾ, ਗੁਜ਼ਾਰਾ ਔਖਾ ਹੋ ਜਾਏਗਾ, ਕਰਜ਼ਾ ਸਿਰ ਚੜ੍ਹ ਜਾਏਗਾ ਤੇ ਖੁਸ਼ਹਾਲੀ ਪਰਿਵਾਰ ਵਿੱਚ ਆ ਨਹੀਂ ਸਕੇਗੀ। ਉਹਦਾ ਆਉਣ ਵਾਲਾ ਭਵਿੱਖ ਡਗਮਗਾ ਜਾਏਗਾ। ਦੂਜੀ ਉਦਾਹਰਣ ਦਿੱਤੀ ਵੀ ਉਹ ਕਿਸਾਨ ਜਿਹੜਾ ਉਹ ਪਸ਼ੂ ਵੀ ਪਾਲਦਾ ਹੈ, ਤੇ ਪਸ਼ੂ ਜੇ ਉਹਨੇ ਦੁੱਧ ਵਾਸਤੇ ਪਾਲਿਆ ਤੇ ਉਹਦੀ ਸੇਵਾ ਕਰਦਾ ਹੈ ਹਰ ਤਰ੍ਹਾਂ ਦੇ ਨਾਲ। ਪਰ ਜੇ ਉਹ ਜਿਸ ਪਸ਼ੂ ਦੀ ਉਹ ਸੇਵਾ ਕਰਦਾ ਹੈ, ਜੇ ਉਹ ਪਸ਼ੂ ਦੁੱਧ ਵਾਸਤੇ ਉਹਨੇ ਪਾਲਿਆ ਤੇ ਦੁੱਧ ਨਾ ਦੇਵੇ ਉਹ ਪਸ਼ੂ, ਉਹ ਗਊ ਦੁੱਧ ਦੇ ਹੀ ਨਹੀਂ ਰਹੀ, ਤਾਂ ਫਿਰ ਉਹਨੂੰ ਕੋਈ ਲਾਭ ਹੈ ਉਸ ਪਸ਼ੂ ਦਾ? ਉਹਦੀ ਸੇਵਾ ਕਿਉਂ ਕਰਦਾ? ਉਹਦੇ ਕੋਲੋਂ ਕੁਝ ਚਾਹੁੰਦਾ ਹੈ, ਦੁੱਧ ਚਾਹੁੰਦਾ ਹੈ, ਤੇ ਜੇ ਦੁੱਧ ਨਹੀਂ ਮਿਲ ਰਿਹਾ ਤਾਂ ਉਹਦੇ ਵਾਸਤੇ ਉਹ ਕਿਸੇ ਕੰਮ ਦੀ ਨਹੀਂ। ਜ਼ਰਾ ਚੇਤੇ ਕਰਕੇ ਘਰ ਦੇ ਵਿੱਚ ਆਪਾਂ ਉਹ ਚੀਜ਼ਾਂ ਰੱਖਦੇ ਜਿਨ੍ਹਾਂ ਤੋਂ ਸਾਨੂੰ ਪਤਾ ਵੀ ਇੱਥੇ ਕੰਮ ਆ ਜਾਣੀ, ਇੱਥੇ ਕੰਮ ਆ ਜਾਣੀ। ਕੋਈ ਵੀ ਵਸਤੂ ਜਦੋਂ ਸਾਨੂੰ ਲੱਗੇ ਵੀ ਇਹ ਕਿਸੇ ਵੀ ਕੰਮ ਨਹੀਂ ਆਉਣੀ ਸਾਡੇ, ਤੇ ਆਪਾਂ ਚੁੱਕ ਕੇ ਉਹਨੂੰ ਬਾਹਰ ਵੀ ਸੁੱਟਦੇ ਨੇ ਵੀ ਇਹਦਾ ਲਾਭ ਕੀ ਰੱਖਣ ਦਾ, ਥਾਂ ਰੋਕੀ ਹੋਈ ਹੈ, ਇਹਨੂੰ ਸਾਂਭੀਏ ਕਿਉਂ, ਇਹਨੂੰ ਸੰਭਾਲੀਏ ਕਿਉਂ, ਇਹਨੂੰ ਰੱਖੀਏ ਕਿਉਂ? ਮਹਾਰਾਜ ਵੀ ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ। ਸਤਿਗੁਰੂ ਆਖਦੇ ਨੇ ਹਰ ਨਾਹ ਨਾ ਮਿਲੀਐ ਸਾਜਨੈ, ਕਤ ਪਾਈਐ ਵਿਸਰਾਮ। ਜੇ ਤੇਰਾ ਆਦਰਸ਼ ਪਰਮੇਸ਼ਰ ਨਹੀਂ ਤੇ ਤੂੰ ਉਹਦੇ ਗੁਣਾਂ ਦਾ ਧਾਰਨੀ ਨਹੀਂ, ਤੇ ਤੇਰਾ ਲਾਭ ਵੀ ਕੀ ਹੈ ਸੰਸਾਰ ਨੂੰ? ਹੁਣ ਬੰਦੇ ਕੋਲ ਜ਼ਬਾਨ ਤੇ ਹੈ ਪਰ ਉਹ ਚੰਗਾ ਸ਼ਬਦ ਨਹੀਂ ਬੋਲ ਸਕਦਾ, ਤੇ ਸਤਿਗੁਰੂ ਤਾਂ ਇਹ ਵੀ ਕਹਿੰਦੇ ਫਿਰ ਇਹਦਾ ਫਾਇਦਾ ਕੀ ਹੈ? ਤੇਰੀ ਜ਼ਬਾਨ 'ਚੋਂ ਕਿਸੇ ਨੇ ਲੈਣਾ ਵੀ ਕੀ ਹੈ ਫਿਰ? ਮੰਨ ਲਓ ਕੋਈ ਚੰਗਾ ਕਰ ਰਿਹਾ ਤੂੰ ਉਹਨੂੰ ਸ਼ਾਬਾਸ਼ੇ ਨਹੀਂ ਦੇ ਸਕਦਾ, ਕੋਈ ਮਾੜਾ ਕਰ ਰਿਹਾ ਉਹਨੂੰ ਤੂੰ ਸਲਾਹ ਹੀ ਨਹੀਂ ਦੇ ਸਕਦਾ ਚੱਜ ਦੀ, ਕਿਸੇ ਨਾਲ ਤੂੰ ਮਿੱਠੀ ਗੱਲ ਨਹੀਂ ਕਰ ਸਕਦਾ, ਤੇ ਸਤਿਗੁਰੂ ਆਖਦੇ ਤੇਰੀ ਜ਼ੁਬਾਨ ਦਾ ਫਾਇਦਾ ਕਿਸੇ ਨੂੰ ਕੀ ਹੈ? ਤੂੰ ਲੱਖ ਕਹੀ ਜਾਏ ਮੈਂ ਬੜਾ ਚੰਗਾ ਬੰਦਾ, ਤੈਨੂੰ ਰੱਬ ਨੇ ਕੰਨ ਦਿੱਤੇ ਨੇ, ਸੁਣਨ ਦੀ ਸ਼ਕਤੀ ਦਿੱਤੀ, ਜੇ ਤੂੰ ਚੰਗਾ ਵਚਨ ਨਹੀਂ ਸੁਣ ਸਕਦਾ, ਤੇਰੇ ਇਹਨਾਂ ਕੰਨਾਂ ਦਾ ਲਾਭ ਕੀ ਹੈ? ਤੇਰੀ ਇਹ ਸੁਰਤ ਦਾ ਫਾਇਦਾ? ਹਰ ਚੀਜ਼ ਦਾ ਮਹਾਰਾਜ ਨੇ ਬਾਣੀ 'ਚ ਵੇਖੋ ਜ਼ਿਕਰ ਕੀਤਾ, ਜਾਨੀ ਕਿ ਜਿਹੜੀ ਚੀਜ਼ ਗੁਣਾਂ ਦੇ ਨਾਲ ਜੁੜੀ ਹੋਈ ਹੈ, ਕੁਝ ਦੇ ਰਹੀ ਹੈ ਵਾਪਸ, ਜਿਹਦਾ ਕੁਝ ਲਾਭ ਹੋ ਰਿਹਾ, ਸਤਿਗੁਰੂ ਆਖਦੇ ਉਹੀ ਸਲਾਉਣ ਯੋਗ ਹੁੰਦੀ ਹੈ, ਜਿਸ ਵਿੱਚ ਕੋਈ ਉਹਦੇ ਮੁਤਲਕ ਗੁਣ ਨਾ ਹੋਵੇ। ਜਿਵੇਂ ਮਹਾਰਾਜ ਨੇ ਬਾਣੀ 'ਚ ਕਿਹਾ ਵੀ ਤੂੰ ਮਨੁੱਖ ਹੀ ਨਹੀਂ, ਮੈਂ ਮੰਨਦਾ ਹੀ ਨਹੀਂ ਵੀ ਤੂੰ ਮਨੁੱਖ ਹੈ ਜੇ ਤੇਰੇ ਅੰਦਰ ਮਨੁੱਖਾਂ ਵਾਲਾ ਕਰਮ ਨਹੀਂ ਹੈ। ਤਾਂ ਸਾਹਿਬ ਨੇ ਆਖਿਆ ਨਹੀਂ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਸਾਹਿਬ ਸਤਿਗੁਰੂ ਆਖਦੇ ਨੇ ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਓ। ਜਿਹੜਾ ਨੁਕਤਾ ਆਪਾਂ ਸਾਂਝਾ ਕਰ ਰਹੇ ਸਤਿਗੁਰੂ ਨੇ ਉਸੇ ਨੂੰ ਐਕਸਪਲੇਨ ਕੀਤਾ ਇਸ ਪੰਕਤੀ ਦੇ ਵਿੱਚ ਕਿ ਬੜਾ ਅਮੋਲਕ ਜੀਵਨ ਹੈ। ਅਮੋਲਕ ਕੇਵਲ ਅੱਖਾਂ, ਨੱਕ, ਕੰਨ, ਹੱਥ, ਪੈਰ ਕਰਕੇ ਨਹੀਂ। ਕੁਦਰਤ ਨੇ ਨਾ ਸਾਡੇ ਤੋਂ ਵੀ ਫਿਜ਼ੀਕਲੀ ਸਾਡੇ ਤੋਂ ਵੀ ਜ਼ਿਆਦਾ ਪਾਵਰਫੁਲ ਜੀਵ ਪੈਦਾ ਕੀਤੇ ਨੇ ਇਸ ਧਰਤੀ ਮਨੁੱਖ ਨਾਲੋਂ। ਜਿੱਡੀ ਦੂਰ ਬਾਜ ਵੇਖ ਸਕਦਾ ਬੰਦਾ ਨਹੀਂ ਵੇਖ ਸਕਦਾ ਇਸ ਅੱਖ ਨਾਲ। ਜਿੰਨੀ ਤਾਕਤ ਉਹਨੇ ਹਾਥੀ 'ਚ, ਸ਼ੇਰ 'ਚ ਪਾਈ ਹੈ ਬੰਦੇ 'ਚ ਨਹੀਂ ਪਾਈ।
ਤੁਸੀਂ ਵੇਖੋ ਵੱਖਰੀਆਂ ਵੱਖਰੀਆਂ ਖੂਬੀਆਂ ਨੂੰ ਲੈ ਕੇ ਕਈ ਤਰ੍ਹਾਂ ਦੇ ਬੰਦਿਆਂ ਨੂੰ ਅਸੀਂ ਜਿਹੜੀਆਂ ਨਾ, ਜਦੋਂ ਅਸੀਂ ਚੰਗਿਆਈ ਦੀ ਸਿਰਫ ਫਿਜ਼ੀਕਲੀ ਕਿਸੇ ਚੀਜ਼ ਦੀ ਤੁਲਨਾ ਕਰਨੀ ਹੋਵੇ, ਕਈ ਵਾਰ ਅਸੀਂ ਪਸ਼ੂਆਂ ਨਾਲ ਵੀ ਤੁਲਨਾ ਕਰਦੇ ਹਾਂ ਬੰਦੇ ਦੀ। ਬੰਦਾ ਬਹਾਦਰ ਹੋਵੇ, ਅਸੀਂ ਕਹਿੰਦੇ ਸ਼ੇਰ ਵਰਗਾ ਜਿਗਰ ਹੈ ਇਹਦਾ। ਕੋਈ ਬੰਦਾ ਤੇਜ਼ ਤਰਾਰ ਤੱਕਣੀ ਵਾਲਾ ਹੋਵੇ ਤੇ ਆਪਾਂ ਕਹਿੰਦੇ ਬਾਜ ਅੱਖ ਹੈ ਇਹਦੀ, ਕਹਿੰਦੇ ਆ ਨਾ। ਬੜਾ ਬੰਦਾ ਐਕਟਿਵ ਹੋਵੇ ਤੇ ਆਪਾਂ ਫਿਰ ਵੀ ਪਸ਼ੂਆਂ ਨਾਲ ਤੁਲਨਾ ਕਰਦੇ ਹਾਂ। ਇਹਦਾ ਮਤਲਬ ਉਹਨਾਂ 'ਚ ਆਪਾਂ ਨੂੰ ਖੂਬੀਆਂ ਨਜ਼ਰ ਆ ਰਹੀਆਂ, ਉਹ ਸਾਡੇ ਤੋਂ ਅਗੇਰੇ ਹੁੰਦੇ ਨੇ। ਤੁਲਨਾ ਕੀਤੀ ਉਹਦੇ ਨਾਲ ਜਾਂਦੀ ਹੈ ਜਿਹੜਾ ਕਿਤੇ ਕਿਸੇ ਨਾ ਕਿਸੇ ਗੱਲੋਂ ਸਾਡੇ ਤੋਂ ਅੱਗੇ ਖੜਾ ਹੋਵੇ। ਅਸੀਂ ਇਕੱਲੇ ਇਸ ਕਰਕੇ ਅਮੋਲਕ ਨਹੀਂ ਆ ਵੀ ਸਾਨੂੰ 2 ਅੱਖਾਂ ਦਿੱਤੀਆਂ ਨੇ, 2 ਹੱਥ ਦਿੱਤੇ ਨੇ, 2 ਪੈਰ ਦਿੱਤੇ ਨੇ, ਨੱਕ ਦਿੱਤਾ ਹੈ, ਦੰਦ ਦਿੱਤੇ, ਨਹੀਂ। ਇਕੱਲਾ ਫਿਜ਼ੀਕਲੀ ਨਹੀਂ, ਮਨੁੱਖ ਜਿਹੜਾ ਹੈ ਨਾ, ਸਤਿਗੁਰੂ ਨੇ ਬਾਣੀ ਦੇ ਵਿੱਚ ਆਖਿਆ ਇਹਨੂੰ ਸੁਰਤ ਦੀ ਤਾਕਤ ਮਾਲਕ ਨੇ ਦਿੱਤੀ ਏ, ਇਸ ਕਰਕੇ ਮਨੁੱਖ ਹੈ। ਤੇ ਜੇ ਇਹਦੀ ਸੁਰਤ ਪਸ਼ੂ ਦੇ ਪੱਧਰ ਉੱਤੇ ਟਿਕੀ ਹੋਈ ਹੈ, ਮੰਦ ਅਮਲਾਂ ਵਿੱਚ ਗ੍ਰਸਤ ਹੈ, ਤੇ ਫਿਰ ਇਹਦੇ ਮਨੁੱਖ ਹੋਣ ਦਾ ਕੇਵਲ ਨਾਂ ਹੀ ਹੈ ਤੇ ਅੰਦਰੋਂ ਪਸ਼ੂ ਹੀ। ਫਿਰ ਇਹ ਕੋਈ ਅਮੋਲਕ ਨਹੀਂ। ਮਤ ਸੋਚੋ ਵੀ ਇਹਦੇ ਕੋਲ 2 ਅੱਖਾਂ ਨੇ ਇਸ ਕਰਕੇ ਅਮੋਲਕ ਹੈ। ਫਿਰ ਬਾਜ ਕੋਲ ਇਹਦੇ ਨਾਲੋਂ ਕੀ ਘੱਟ ਹੈ? ਹਾਥੀ ਜਿੰਨੀ ਤਾਕਤ ਹੈ ਇਹਦੇ ਵਿੱਚ ਨਹੀਂ। ਸਤਿਗੁਰੂ ਤਾਂ ਇੱਥੋਂ ਤੱਕ ਵੀ ਕਹਿ ਜਾਂਦੇ ਨੇ, ਪਸ਼ੂਆਂ ਦੇ ਤਾਂ ਕਈ ਵਾਰ ਸਰੀਰ ਦੇ ਪਾਰਟ ਜਿਹੜੇ ਨੇ ਉਹ ਵੀ ਕੰਮ ਆ ਜਾਂਦੇ ਨੇ, ਸਦੀਆਂ ਤੱਕ ਵਰਤੇ ਜਾਂਦੇ ਨੇ, ਸਦੀਆਂ ਤੱਕ। ਹਾਥੀ ਦੇ ਦੰਦਾਂ ਦੇ ਲੋਕ ਗਹਿਣੇ ਬਣਾਉਂਦੇ ਸਨ, ਦਰਵਾਜ਼ੇ ਬਣਾਉਂਦੇ ਸਨ, ਕਢਾਈਆਂ ਕਰਦੇ ਸਨ, ਅੱਜ ਵੀ ਵਰਤੀਆਂ ਜਾਂਦੀਆਂ ਨੇ। ਦੁਨੀਆ ਵਿੱਚ ਇੱਕ ਬੜੀ ਵੱਡੀ ਮੰਡੀ ਹੈ ਹਾਥੀ ਦੇ ਦੰਦਾਂ ਦੀ, ਚਮੜੀ ਦੀ। ਤੁਸੀਂ ਵੇਖੋ ਤੇ ਸਹੀ, ਸ਼ੇਰ ਦੀ ਖੱਲ ਕਿੰਨੀ ਦੁਰਲੱਭ ਹੈ ਸੰਸਾਰ 'ਚ। ਬਲੈਕ ਹੁੰਦੀਆਂ ਨੇ ਚੀਜ਼ਾਂ ਸੰਸਾਰ ਵਿੱਚ, ਇੰਨੀਆਂ ਸਹਿਲੀਆਂ ਨਹੀਂ ਮਿਲਦੀਆਂ। ਇੱਕ ਇੱਕ ਪਾਰਟ ਜਿਹੜਾ ਸਦੀਆਂ ਕੱਢ ਜਾਣ ਵਾਲਾ ਹੈ ਉਹਨਾਂ ਦੀ ਬਾਡੀ ਦਾ, ਸੰਭਾਲ ਕੇ ਮਨੁੱਖ ਆਪਣੀ ਸ਼ਾਨ ਲਈ ਵਰਤਦਾ ਆ ਰਿਹਾ ਅੱਜ ਤੱਕ। ਹਾਲਾਂਕਿ ਆਪਾਂ ਇਹ ਵੀ ਉਦਾਹਰਣ ਦਿਆਂਗੇ ਕਿ ਮੌਜੂਦਾ ਦੌਰ ਵਿੱਚ ਤਾਂ ਬੰਦੇ ਦਾ ਸਰੀਰ ਵੀ, ਪਾਰਟ ਵੀ ਕੰਮ ਆ ਜਾਂਦੇ ਨੇ। ਕਿੰਨੀ ਕੁ ਵਰਤੋਂ ਤੱਕ, ਕਿੰਨੇ ਕੁ ਵਕਤ ਤੱਕ। ਸਾਹਿਬ ਸਤਿਗੁਰੂ ਮਹਾਰਾਜ ਨੇ ਇਹ ਉਦਾਹਰਣ ਇਸ ਕਰਕੇ ਦਿੱਤੀ ਹੈ ਵੀ ਹੇ ਭਾਈ, ਕੱਲਾ ਤੂੰ ਫਿਜ਼ੀਕਲੀ ਸਰੀਰ ਦੇ ਇਹ ਅੰਗ ਹੋਣ ਕਰਕੇ ਅਮੋਲਕ ਨਹੀਂ ਹੈ। ਤੈਨੂੰ ਕੁਝ ਐਕਸਟਰਾ ਬਖਸ਼ਿਸ਼ ਜਿਹੜੀ ਹੈ ਨਾ, ਉਸ ਮਾਲਕ ਵਾਹਿਗੁਰੂ ਨੇ ਬਾਕੀਆਂ ਨਾਲੋਂ ਕੀਤੀ ਹੋਇਆ ਹੈ। ਸੁਰਤ ਦੀ ਦਾਤ ਤੈਨੂੰ ਦਿੱਤੀ ਹੈ। ਪਸ਼ੂ ਉੱਥੇ ਹੀ ਖੜਾ ਹੈ ਜਿੱਥੇ ਹਜ਼ਾਰਾਂ ਸਾਲ ਪਹਿਲਾਂ ਖੜਾ ਸੀ। ਪਸ਼ੂ ਨੇ ਕੋਈ ਮਾਇਕ ਤਰੱਕੀ ਨਹੀਂ ਕੀਤੀ। ਪਸ਼ੂ ਅੱਜ ਵੀ ਉੱਥੇ ਹੀ ਹੈ ਜਿੱਥੇ ਹਜ਼ਾਰਾਂ ਸਾਲ ਪਹਿਲਾਂ ਸੀ, ਪਰ ਬੰਦਾ ਉੱਥੇ ਨਹੀਂ ਰਿਹਾ। ਇਹਨੇ ਤਹਿਜੀਬ ਸਿਰਜ ਲਈ, ਇਹਨੇ ਕਲਚਰ ਸਿਰਜ ਲਿਆ, ਇਹਨੇ ਪਦਾਰਥਕ ਜੋੜ ਤੋੜ ਦੀ ਤਰੱਕੀ ਕਰ ਲਈ, ਇਹਨੇ ਅਸੂਲਾਂ ਅਤੇ ਕੁਦਰਤੀ ਨਿਯਮਾਂ ਨੂੰ ਸਮਝਿਆ ਕਿ ਮਨੁੱਖ ਅੱਜ ਉੱਥੇ ਹੀ ਖੜਾ ਜਿੱਥੇ 50 ਸਾਲ ਪਹਿਲਾਂ ਖੜਾ ਸੀ। ਪਸ਼ੂ ਤੇ ਅੱਜ ਵੀ ਉੱਥੇ ਹੀ ਹੈ, ਮਨੁੱਖ ਉੱਥੇ ਨਹੀਂ ਰਿਹਾ। ਮਨੁੱਖ ਦਾ ਸਫ਼ਰ ਅਗੇਰੇ ਹੋ ਗਿਆ। ਕਾਹਦੇ ਲਈ? ਕੁਝ ਐਕਸਟਰਾ ਹੈ ਇਹਦੇ ਅੰਦਰ। ਸਾਹਿਬ ਸਤਿਗੁਰੂ ਇਸੇ ਕਰਕੇ ਆਖਦੇ ਨੇ, ਮਾਨਸ ਜਨਮ ਅਮੋਲਕ ਪਾਇਓ, ਇੰਨਾ ਦੁਰਲੱਭ ਹੈ ਤੇਰੇ ਕੋਲੇ ਜੀਵਨ, ਪਰ ਤੂੰ ਬਿਰਥਾ ਕਿਉਂ ਗਵਾ ਰਿਹਾ, ਵਿਅਰਥ ਕਿਉਂ ਗਵਾ ਰਿਹਾ, ਇਸ ਨੂੰ ਅਜਾਈਂ ਕਿਉਂ ਰੋਲ ਰਿਹਾ ਹੈ ਵਿਸ਼ੇ ਵਿਕਾਰਾਂ ਵਿੱਚ। ਹਜ਼ੂਰ ਕਹਿੰਦੇ ਨੇ ਕੀ ਕਰਨਾ ਚਾਹੀਦਾ ਤੈਨੂੰ? ਪਤਿਤ ਪੁਨੀਤ ਦੀਨ ਬੰਧ ਹਰ। ਹੁਣ ਜਿਸ ਨੂੰ ਆਦਰਸ਼ ਮੰਨਿਆ ਉਹ ਕਿਹੋ ਜਿਹਾ? ਪਤਿਤ ਪੁਨੀਤ। ਪਤਿਤ ਦਾ ਮਤਲਬ ਹੁੰਦਾ ਡਿੱਗਿਆ ਹੋਇਆ। ਇਨਸਾਨੀ ਕਰਮ ਤੋਂ ਜਿਹੜਾ ਬੰਦਾ ਡਿੱਗਿਆ ਉਹ ਪਤਿਤ ਹੈ। ਵੈਸੇ ਪਤਿਤ ਦਾ ਮਤਲਬ ਹੈ ਨੀਵੇਂ ਚਲੇ ਜਾਣਾ। ਕਿਸੇ ਅਸੂਲ ਤੋਂ ਡਿੱਗ ਪੈਣ ਨੂੰ ਕਿਹਾ ਜਾਂਦਾ ਹੈ ਪਤਿਤ, ਡਿੱਗਿਆ ਹੋਇਆ। ਤੇ ਪਤਿਤ ਨੂੰ ਪੁਨੀਤ ਦਾ ਮਤਲਬ ਹੁੰਦਾ ਹੈ ਪਵਿੱਤਰ ਕਰਨਾ। ਜਿਹੜਾ ਬੰਦਾ ਨੀਵਾਂ ਡਿੱਗ ਪਿਆ ਉਹਨੂੰ ਆਪਣੇ ਬਰਾਬਰ ਫਿਰ ਚੁੱਕ ਕੇ ਲੈ ਆਉਣਾ। ਸਤਿਗੁਰੂ ਆਖਦੇ ਨੇ ਇਹ ਖੂਬੀ ਹੈ ਉਸ ਤੇਰੇ ਮਾਲਕ ਵਿੱਚ ਕਿ ਉਹ ਪਤਿਤ ਨੂੰ ਵੀ ਪਵਿੱਤਰ ਕਰ ਦਿੰਦਾ, ਡਿੱਗਿਆ ਹੋਇਆਂ ਨੂੰ ਵੀ ਉਠਾ ਲੈਂਦਾ। ਔਗਣਾਂ ਵਿੱਚ ਲਿਪਤ ਤੇ ਗਲਤਾਨ ਹੋਇਆ ਮਨੁੱਖ ਵੀ ਜਦੋਂ ਉਹਦੇ ਗੁਣਾਂ ਦਾ ਸਹਾਰਾ ਲੈ ਤਾਂ ਉਹਦਾ ਜੀਵਨ ਵੀ ਆਦਰਸ਼ਕ ਹੋ ਨਿਬੜਦਾ। ਅਸੀਂ ਅੱਜ ਭਾਈ ਸੱਜਣ ਦੇ ਪਹਿਲੇ ਜੀਵਨ ਦੀ ਚਰਚਾ ਥੋੜ੍ਹੀ ਕਰਦੇ ਹਾਂ। ਇਹ ਠੀਕ ਹੈ ਵੀ ਜਦੋਂ ਅਸੀਂ ਉਹ ਸਾਖੀ ਸੁਣਾਉਂਦੇ ਹਾਂ ਤੇ ਵੇਹ ਦੇ ਵਿੱਚ ਦੱਸਣ ਲਈ ਸੱਜਣ ਠੱਗ ਹੀ ਕਹਿ ਜਾਂਦੇ, ਪਰ ਬੇਸਿਕਲੀ ਉਹ ਠੱਗ ਰਿਹਾ ਥੋੜ੍ਹੀ, ਠੱਗ ਤੇ ਮਰ ਗਿਆ, ਉਹਦੀ ਜਗ੍ਹਾ ਤੇ ਧਰਮੀ ਜੀਵਨ ਪੈਦਾ ਹੋ ਗਿਆ। ਹੁਣ ਉਹਨਾਂ ਦੇ
ਭਾਈ ਲਹਿਣਾ ਜੀ ਪਹਿਲਾਂ ਕੀ ਸਨ, ਆਪਾਂ ਹੁਣੇ ਉਦਾਹਰਣ ਲਈ ਹੈ। ਗੁਰੂ ਸਾਹਿਬ ਦੇ ਕੋਲ ਆਏ ਤੇ ਸਿੱਖੀ ਧਾਰਨ ਕਰ ਲਈ। ਅੱਜ ਅਸੀਂ ਭਾਈ ਲਹਿਣਾ ਜੀ ਦੇ ਪਿਛੋਕੜ ਦੇ ਜੀਵਨ ਦੀਆਂ ਉਦਾਹਰਨਾਂ ਦੇ ਕੇ ਸਿੱਖੀ ਨਹੀਂ ਸਮਝਦੇ। ਹੁਣ ਅੱਜ ਕੋਈ ਆਖੇ ਵੀ ਮੈਂ ਆਪਣਾ ਸਫ਼ਰ ਉੱਥੋਂ ਸ਼ੁਰੂ ਕਰਨਾ ਹੈ ਜਿੱਥੋਂ ਭਾਈ ਲਹਿਣੇ ਨੇ ਆਪਣਾ ਕੀਤਾ ਪਹਿਲਾਂ। ਉਹ ਦੇਵੀ ਦੇ ਜਾਂਦੇ ਸਨ, ਮੈਂ ਵੀ ਉਵੇਂ ਹੀ ਕਰਾਂਗਾ। ਅਸੀਂ ਕਹਾਂਗੇ ਸਿੱਖੀ ਨਹੀਂ। ਜੇ ਭਾਈ ਲਹਿਣੇ ਤੋਂ ਸੇਧ ਲੈਣੀ ਹੈ ਨਾ ਤਾਂ ਉੱਥੋਂ ਲੈਣੀ ਪਏਗੀ ਜਿੱਥੋਂ ਉਹ ਗੁਰੂ ਨਾਨਕ ਦੀ ਸ਼ਰਨ ਆ ਜਾਂਦੇ ਨੇ। ਤੇਰਾ ਜੋੜ ਉਹਨਾਂ ਦੇ ਜੀਵਨ ਦਾ ਉੱਥੋਂ ਬਣਨਾ ਹੈ, ਪਹਿਲਾਂ ਜਨਮ ਤੋਂ ਨਹੀਂ ਬਣਨਾ। ਇਹਦਾ ਭਾਵ ਕੀ ਹੈ? ਉਹਨਾਂ ਦੇ ਪਿਛੋਕੜ ਨੂੰ, ਉਹ ਕਿੱਥੇ ਸਨ, ਕਿਹੋ ਜਿਹਾ ਜੀਵਨ ਜੀਂਦੇ ਸਨ, ਕਿਹੋ ਜਿਹੇ ਕਰਮ ਕਰਦੇ ਸਨ, ਕਿਹੋ ਜਿਹੇ ਅਮਲ ਕਰਦੇ ਸਨ, ਤੂੰ ਉਹਨਾਂ ਨੂੰ ਸਮਝ ਸਕਦਾ ਹੈ। ਪਰ ਉਹਨਾਂ ਚੀਜ਼ਾਂ ਤੋਂ ਖਹਿੜਾ ਛੁਡਾ ਕੇ ਬਣਨਾ ਕੀ ਹੈ? ਜਦੋਂ ਤੋਂ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ 'ਚ ਆ ਕੇ ਸਤਿਗੁਰੂ ਦੇ ਰਾਹ 'ਤੇ ਤੁਰਦੇ ਨੇ। ਸਤਿਗੁਰੂ ਨੇ ਫਰਮਾਇਆ ਦੀਨ ਬੰਧ। ਦੀਨ ਦਾ ਅਰਥ ਹੁੰਦਾ ਹੈ ਗਰੀਬ, ਨਿਮਾਣਾ। ਬੰਧ ਦਾ ਮਤਲਬ ਹੁੰਦਾ ਹੈ ਬੰਧੂ, ਮੁਹੱਬਤ ਕਰਨ ਵਾਲਾ। ਉਹ ਗਰੀਬਾਂ ਨਾਲ ਮੁਹੱਬਤ ਕਰਨ ਵਾਲਾ ਹੈ। ਕੇਵਲ ਦੌਲਤ ਦੇ ਗਰੀਬਾਂ ਨਾਲ ਹੀ ਨਹੀਂ, ਇੱਕ ਮਨ ਦੀ ਗਰੀਬੀ ਵੀ ਹੈ ਜਿਸ ਨੂੰ ਸਤਿਗੁਰੂ ਨੇ ਬਾਣੀ 'ਚ ਸਲਾਇਆ। ਜਿਹੜੀ ਹਉਮੈ ਹੈ ਨਾ, ਚੇਤੇ 'ਚ ਰੱਖਿਓ, ਇਹਦਾ ਸਾਡੇ ਬਿਹੇਵੀਅਰ ਨਾਲ ਸੰਬੰਧ ਹੁੰਦਾ ਹੈ। ਕਈ ਲੋਕ ਮਾਇਆ ਪੱਖੋਂ ਬੜੇ ਗਰੀਬ ਹੁੰਦੇ ਨੇ, ਪਰ ਉਹ ਸਾਰੀ ਉਮਰ ਇਹ ਹੰਕਾਰ ਹੀ ਨਹੀਂ ਛੱਡ ਸਕਦੇ ਵੀ ਮੈਂ ਉੱਚੀ ਕੁੱਲ 'ਚ ਜੰਮਿਆ। ਹੁਣ ਆਪਾਂ ਕਈ ਵਾਰ ਕਹਿੰਦੇ ਨਾ ਬੰਦੇ ਨੂੰ ਪੈਸੇ ਦਾ ਹੰਕਾਰ ਹੈ। ਕਈ ਬੰਦੇ ਇਹ ਸਮਾਜਿਕ ਪੱਖੋਂ ਨਾ ਹੈ ਤੇ ਇੱਕ ਉਲਝਣ ਹੀ, ਸਮਾਜਿਕ ਪੱਖੋਂ ਉਹਨਾਂ ਨੂੰ ਸਾਰੀ ਉਮਰ ਇਹ ਅਹਿਸਾਸ ਹੁੰਦਾ ਵੀ ਅਸੀਂ ਬਹੁਤ ਹੀ ਚੰਗੀ ਕੁੱਲ 'ਚ ਨਹੀਂ ਜੰਮੇ, ਪਰ ਮਾਇਆ ਆ ਜਾਂਦੀ ਹੈ। ਫਿਰ ਉਹ ਸਮਝਣ ਲੱਗ ਜਾਂਦੇ ਨੇ ਮੈਂ ਕਿਸੇ ਨਾਲੋਂ ਘੱਟ ਕੀ ਹਾਂ, ਜਾਂ ਉਹਨੂੰ ਕੋਈ ਸਮਾਜ ਵਿੱਚ ਕੋਈ ਰੁਤਬਾ ਮਿਲ ਜਾਂਦਾ ਕਈ ਵਾਰ ਬੰਦੇ ਨੂੰ। ਜਿਹੜੀ ਈਗੋ ਹੈ, ਹਉਮੈ ਹੈ, ਇਹ ਬੇਸਿਕਲੀ ਸਾਡੀ ਪ੍ਰਵਿਰਤੀ ਹੈ। ਇਹ ਆਪਣਾ ਆਪ ਪ੍ਰਗਟ ਕਰਨ ਵਾਸਤੇ ਕੋਈ ਵੀ ਜਗ੍ਹਾ ਲੱਭ ਸਕਦੀ, ਕੋਈ ਵੀ। ਇੱਕ ਸੱਜਣ ਬੜੀ ਪਿਆਰੀ ਚਰਚਾ ਕਰ ਰਹੇ ਸਨ ਇਸ ਸੰਬੰਧੀ। ਉਹ ਕਹਿੰਦੇ ਮੈਂ ਭਾਰਤ ਵਿੱਚ ਵੇਖਿਆ ਜਿੱਥੇ ਜਾਤ ਪਾਤ ਦੀਆਂ ਸਦਾ ਤੋਂ ਲੈ ਕੇ ਨਾ ਬੜੀਆਂ ਪੀੜ੍ਹੀਆਂ ਗੰਢਾਂ ਬਚੀਆਂ ਹੋਈਆਂ ਨੇ ਸਮਾਜ ਵਿੱਚ। ਅਸੀਂ ਬੰਦੇ ਨੂੰ ਬੰਦੇ ਵਾਂਗ ਨਹੀਂ ਵੇਖਦੇ। ਅਸੀਂ ਸਭ ਤੋਂ ਪਹਿਲਾਂ ਇਹ ਵੇਖਦੇ ਹਾਂ ਵੀ ਇਹ ਬੰਦਾ ਤੇ ਹੈ, ਪਰ ਬੰਦਾ ਇਹ ਹੈ ਕੀ? ਸਾਡੇ ਲਈ ਇੰਨਾ ਕਾਫੀ ਨਹੀਂ ਹੁੰਦਾ ਵੀ ਇਹ ਸਾਡੇ ਵਰਗਾ ਮਨੁੱਖ ਹੈ। ਉਹਦੇ ਵਿੱਚ ਲੱਖ ਗੁਣ ਹੋਣ, ਖੂਬੀਆਂ ਹੋਣ, ਪਰ ਸਾਨੂੰ ਕੁਝ ਹੋਰ ਵੇਖਣ ਦੀ ਜਿਹੜੀ ਹੈ ਨਾ ਸਾਡੇ ਅੰਦਰ ਇੱਕ ਰੋਗ ਹੈ। ਹੁਣ ਉਹਨਾਂ ਨੇ ਬੜੀ ਪਿਆਰੀ ਗੱਲ ਕਹੀ। ਕਹਿਣ ਲੱਗੇ ਭਾਰਤ ਵਿੱਚ ਇਹ ਤੱਕਿਆ ਗਿਆ ਕਿ ਜਿਸ ਬਰਾਦਰੀ ਨੂੰ ਸਦੀਆਂ ਤੋਂ ਦਰਕਾਰਿਆ ਜਾਂਦਾ ਹੈ ਨਾ, ਜੇ ਉਸ ਬਰਾਦਰੀ 'ਚੋਂ ਕੋਈ ਪੜ੍ਹ ਲਿਖ ਕੇ ਚੰਗੀ ਜੌਬ 'ਤੇ ਚਲਿਆ ਜਾਏ ਤੇ ਉਹ ਆਪਣੇ ਬੰਦਿਆਂ ਨਾਲ ਵਰਤਣਾ ਹੀ ਛੱਡ ਦਿੰਦਾ ਹੈ। ਉਹ ਆਪਣੇ ਬੇਸ ਨਾਲੋਂ ਟੁੱਟ ਜਾਂਦਾ ਹੈ। ਉਹ ਉਸ ਪਿੰਡ ਵਿੱਚ ਵੀ ਜਾਣਾ ਕਈ ਵਾਰ ਪਸੰਦ ਨਹੀਂ ਕਰਦਾ ਤੇ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਮਿਲਦਾ, ਤੇ ਜੇ ਉਹ ਮਿਲਣ ਆ ਜਾਣ ਤੇ ਉਹਨਾਂ ਨਾਲ ਵੀ ਬੜਾ ਮਾੜਾ ਰਿਐਕਟ ਕਰਦਾ, ਬਿਹੇਵੀਅਰ ਕਰਦਾ। ਉਹਨਾਂ ਨੂੰ ਲੱਗਦਾ ਵੀ ਇਹਨਾਂ ਨਾਲ ਵਰਤ ਕੇ ਲੋਕ ਮੈਨੂੰ ਨਾ ਸਮਝਣ ਲੱਗ ਪੈਣ ਵੀ ਮੈਂ ਇਹਨਾਂ 'ਚੋਂ ਹਾਂ। ਹੁਣ ਉੱਥੇ ਤੁਸੀਂ ਵੇਖੋ, ਉਹਨੂੰ ਲੱਗਦਾ ਆਪਣੇ ਲੋਕਾਂ ਨਾਲ, ਜਿਨ੍ਹਾਂ ਨੇ ਮੇਰੀ ਸਪੋਰਟ ਕੀਤੀ, ਜਿਨ੍ਹਾਂ ਲੋਕਾਂ 'ਚ ਮੈਂ ਪੈਦਾ ਹੋਇਆ, ਜਿਨ੍ਹਾਂ ਲੋਕਾਂ 'ਚ ਮੈਂ ਜੰਮਿਆ ਤੇ ਪਲਿਆ, ਜਿਹੜੇ ਪਿੰਡ ਵਿੱਚ ਮੈਂ ਰਿਹਾ, ਕੀ ਹੋਇਆ ਜੇ ਮੈਂ ਅਮੀਰ ਹੋ ਗਿਆ, ਮੈਂ ਪੜ੍ਹ ਲਿਖ ਗਿਆ, ਮੈਂ ਉੱਚੇ ਰੁਤਬੇ 'ਤੇ ਪਹੁੰਚ ਗਿਆ? ਮੇਰਾ ਪਿਛੋਕੜ ਤੇ ਹੈ ਨਾ ਇਹ, ਪਰ ਉਹਨੂੰ ਲੱਗਦਾ ਮੇਰੀ ਈਗੋ ਹਰਟ ਹੋਏਗੀ। ਉਹਦੇ 'ਚ ਹੀ ਆਪਣੀ ਬਦਨਾਮੀ ਸਮਝਣ ਲੱਗ ਪੈਂਦਾ। ਉਹ ਦੱਸਣਾ ਹੀ ਨਹੀਂ ਚਾਹੁੰਦਾ ਕਿਸੇ ਨੂੰ। ਉਹਨਾਂ ਲੋਕਾਂ ਨਾਲ ਬੈਠਣ ਵਿੱਚ ਹੀ ਉਹਨੂੰ ਲੱਗਦਾ ਮੇਰੀ ਰਿਸਪੈਕਟ ਨਹੀਂ ਰਹੇਗੀ। ਹੁਣ ਤੁਸੀਂ ਸੋਚ ਕੇ ਵੇਖੋ ਵੀ ਮਨੁੱਖੀ ਮਨ ਵਿੱਚ ਕਿੰਨਾ ਕੁਝ ਭਰਿਆ ਪਿਆ। ਜਿੱਥੋਂ ਤੱਕ ਗਰੀਬਾਂ ਨੂੰ ਪਿਆਰਨ ਵਾਲੀ ਗੱਲ ਹੈ ਨਾ, ਇਹ ਖੁਦਾਈ ਸੁਭਾਅ ਹੈ। ਗੁਰੂ ਗ੍ਰੰਥ ਸਾਹਿਬ ਨੇ ਕਿਹਾ ਇਹ ਖੁਦਾਈ ਸੁਭਾਅ। ਗਰੀਬ, ਹਰ ਉਹ ਬੰਦਾ ਗਰੀਬ ਹੀ ਹੁੰਦਾ ਜਿਹੜਾ ਤੁਹਾਡੇ ਤੋਂ ਪਿੱਛੇ ਖੜਾ ਹੈ, ਕਿਸੇ ਵੀ ਪੱਖ ਵਿੱਚ ਖੜਾ ਹੋਵੇ। ਗਿਆਨ ਦੇ ਪੱਖ ਵਿੱਚ ਤੁਹਾਡੇ ਤੋਂ ਪਿੱਛੇ ਖੜਾ ਹੈ। ਜੇ ਤੁਸੀਂ ਖੁਦਾਈ ਸੁਭਾਅ ਦੇ ਮਾਲਕ ਹੋ, ਤੁਹਾਨੂੰ ਤਾਂ ਵੀ ਉਹਦੇ ਨਾਲ ਮੁਹੱਬਤ ਕਰਨੀ ਚਾਹੀਦੀ ਹੈ। ਜੇ ਉਹ ਦੌਲਤ ਦੇ ਪੱਖ ਵਿੱਚ ਖੜਾ ਹੈ,
ਸਮਾਜ ਵਿੱਚ ਕਿਸੇ ਵੀ ਕਾਰਨ ਤਾਂ ਤੁਹਾਡਾ ਫਰਜ਼ ਬਣਦਾ ਹੈ ਤੁਸੀਂ ਆਪਣੀ ਵਡਿਆਈ ਦਾ ਗੁਣਗਾਨ ਛੱਡ ਕੇ ਉਹਦੇ ਨਾਲ ਵਿਹਾਰ ਇਵੇਂ ਕਰੋ ਵੀ ਤੁਸੀਂ ਉਹਨੂੰ ਜਤਾਓ ਵੀ ਮੈਂ ਤੇਰੇ ਤੋਂ ਕੋਈ ਬਹੁਤਾ ਅੱਗੇ ਨਹੀਂ, ਮੈਂ ਵੀ ਤੇਰੇ ਬਰਾਬਰ ਹੀ ਹਾਂ। ਇਸੇ ਨੂੰ ਦੀਨਾ ਬੰਧੂ ਸੁਭਾਅ ਕਿਹਾ ਗਿਆ। ਪਤਿਤ ਪੁਨੀਤ ਦੀਨ ਬੰਧ ਹਰ ਸ਼ਰਨ ਤਾਹੇ ਤੁਮ ਆਵੋ। ਸਤਿਗੁਰੂ ਕਹਿੰਦੇ ਐਸੇ ਮਾਲਕ ਦੀ ਸ਼ਰਨ ਵਿੱਚ ਆ। ਹਜ਼ੂਰ ਆਖਦੇ ਨੇ ਗਜ ਕੋ ਤਰਾਸ ਮਿਟਿਓ ਜੇ ਸਿਮਰਤ ਤੁਮ ਕਾਹੇ ਬਿਸਰਾਵੋ। ਭਾਗਵਤ ਦੀ ਇਹ ਕਥਾ ਹੈ। ਦੇਵਤਿਆਂ ਦਾ ਗਵਈਆ ਸੀ ਗੰਧਰਵ, ਉਸ ਨੂੰ ਕਿਸੇ ਕਾਰਨ ਸਰਾਪ ਹੋ ਗਿਆ। ਇਹ ਪੁਰਾਣਕ ਕਥਾ ਹੈ। ਗੁਰਬਾਣੀ ਦੇ ਉਪਦੇਸ਼ ਵਿੱਚ ਮਿੱਥ ਜਿਹੜੀ ਹੈ ਮਟੀਰੀਅਲ ਹੈ, ਚੇਤੇ 'ਚ ਰੱਖਿਓ। ਜਿਵੇਂ ਆਪਾਂ ਬਿਲਡਿੰਗ ਦੀ ਉਸ ਪੁਰਾਣਾ ਮਕਾਨ ਢਾਹ ਕੇ ਨਵਾਂ ਬਣਾਈਏ ਨਾ, ਤੇ ਉਹਦੀਆਂ ਇੱਟਾਂ ਵੀ ਨੀਂਹ 'ਚ ਵਰਤ ਲਈਦੀਆਂ ਨੇ। ਇੱਟਾਂ ਰੋੜੇ ਉਹਦੇ ਵੀ ਕੰਮ ਆ ਜਾਂਦੇ ਨੇ। ਉਹ ਹੈ ਮਟੀਰੀਅਲ, ਉਹ ਸਾਰੀ ਹੋ ਰਹੀ ਹੈ, ਤੇ ਉਹ ਮਟੀਰੀਅਲ ਤਾਂ ਉਹ ਹੀ ਰਹੇਗਾ ਨਾ। ਭਾਂਡਾ ਜਿਹੜਾ ਸਾਡੇ ਕੋਲ, ਉਸ ਭਾਂਡੇ ਵਿੱਚ ਹੀ ਸਤਿਗੁਰੂ ਨੇ ਸਾਨੂੰ ਵਸਤ ਪਾ ਕੇ ਦੇ ਦਿੱਤੀ। ਵਸਤੂ ਗੁਰੂ ਨਾਨਕ ਦੀ ਹੈ। ਭਾਂਡਾ ਪੁਰਾਣਾ ਹੀ ਰਹਿਣ ਦਿੱਤਾ, ਭਾਸ਼ਾ ਦਾ ਹੋਵੇ, ਉਦਾਹਰਨਾਂ ਦਾ ਹੋਵੇ, ਮਿੱਥ ਦਾ ਹੋਵੇ, ਹਵਾਲਾ ਜਿਹੜਾ ਹੈ ਉਹਦੇ 'ਚੋਂ ਅਸੀਂ ਪ੍ਰਭਾਵ ਗ੍ਰਹਿਣ ਕਰਨਾ ਹੁੰਦਾ ਹੈ। ਉਹਦੇ ਨਾਲ ਨਫ਼ਰਤ ਕੀਤਿਆਂ ਕੁਝ ਨਹੀਂ ਸਰਦਾ। ਸਾਹਿਬ ਨੇ ਆਖਿਆ ਗਜ ਕੋ ਤਰਾਸ ਮਿਟਿਓ ਜੇ ਸਿਮਰਤ। ਸਦੀਆਂ ਤੋਂ ਇਹ ਲੋਕ ਕਥਾ ਲੋਕਾਂ ਦੇ ਦਿਮਾਗ ਵਿੱਚ ਟਿਕੀ ਹੋਈ ਹੈ, ਪਰ ਕਿੱਡੀ ਖੂਬਸੂਰਤ ਹੈ। ਸਤਿਗੁਰੂ ਨੇ ਇਹਦੇ ਅੰਦਰ ਦੀ ਖੂਬਸੂਰਤੀ ਨੂੰ ਲਿਆ। ਸੁਦਾਮੇ ਦੀ ਉਦਾਹਰਣ ਦਿੱਤੀ ਹੈ, ਤੇ ਸਤਿਗੁਰੂ ਨੇ ਉੱਥੇ ਉਸ ਖੂਬਸੂਰਤੀ ਨੂੰ ਸਾਹਮਣੇ ਰੱਖਿਆ ਵੀ ਫਿਰ ਤੁਸੀਂ ਉਲਝੇ ਕਿਉਂ? ਜੇ ਸੱਚਮੁੱਚ ਹੀ ਸੁਦਾਮਾ ਗਰੀਬ ਹੋਣ ਦੇ ਸਦਕੇ ਮਾਣ ਹਾਸਲ ਕਰ ਲੈਂਦਾ ਹੈ, ਕਿ ਸਾਡਾ ਫਰਜ਼ ਨਹੀਂ ਬਣਦਾ ਅਸੀਂ ਇਹ ਤੋਂ ਸੇਧ ਲਈਏ? ਸਾਹਿਬ ਸਤਿਗੁਰੂ ਆਖਦੇ ਗਜ ਕੋ ਤਰਾਸ ਮਿਟਿਓ ਜੇ ਸਿਮਰਤ। ਉਹਨੂੰ ਸਰਾਪ ਹੋ ਗਿਆ ਤੇ ਉਹ ਹਾਥੀ ਦੀ ਜੂਨ ਪੈ ਗਿਆ। ਸਰੋਵਰ ਦੇ ਵਿੱਚ ਉਹ ਇਸ਼ਨਾਨ ਕਰਨ ਜਾਂਦਾ ਹੈ ਤੇ ਤੰਦੂਆ ਨੂੰ ਪਕੜ ਲੈਂਦਾ ਹੈ। ਉਹ ਉਸ ਵੇਲੇ ਉਹਦੀ ਇਬਾਦਤ ਮੁਸੀਬਤ ਜ਼ਦਾ ਹੈ। ਉਸ ਵੇਲੇ ਉਹ ਮਦਦ ਦੀ ਮੰਗ ਕਰਦਾ ਹੈ ਵੀ ਮੇਰੀ ਬੌੜੀ ਹੋਵੇ, ਤੇ ਉਸ ਮਦਦ ਦੀ ਗੁਹਾਰ ਲਾਉਣ ਸਦਕਾ ਉਹ ਬਚ ਜਾਂਦਾ ਹੈ। ਹੁਣ ਇੱਥੇ ਸਤਿਗੁਰੂ ਮਹਾਰਾਜ ਨੇ ਕਿਆ ਖੂਬਸੂਰਤ ਪ੍ਰਤੀਕ ਵਰਤਿਆ। ਕਹਿੰਦੇ ਜੇ ਤੇਰੇ ਖਿਆਲ, ਤੇਰੀ ਮਿੱਥ, ਤੇਰੀ ਲੋਕ ਕਥਾ ਤੇ ਤੇਰੇ ਵਿਸ਼ਵਾਸ ਮੁਤਾਬਕ ਜੇ ਗਜ ਦੀ ਸਹਾਇਤਾ ਹੋ ਸਕਦੀ, ਤੇਰੀ ਕਿਉਂ ਨਹੀਂ ਹੋ ਸਕਦੀ? ਤੂੰ ਆਪਣੇ ਆਪ ਨੂੰ ਵੇਖ ਤੇ ਸਹੀ। ਵਿਕਾਰਾਂ ਦੇ ਚਿੱਕੜ ਵਿੱਚ ਤੂੰ ਖੁੱਭਿਆ ਬੈਠਾ ਹੈ, ਤੈਨੂੰ ਵੀ ਕਿਸੇ ਤੰਦੂਏ ਨੇ ਫੜਿਆ ਹੋ ਸਕਦਾ। ਤੂੰ ਵੀ ਵਿਸ਼ੇ ਵਿਕਾਰਾਂ ਦੀ ਵਿੱਚ ਗਲਤਾਨ ਹੈ। ਕਾਸ਼ ਕਿਤੇ ਤੂੰ ਵੀ ਇੱਕ ਮਨ ਹੋ ਕੇ ਉਸ ਮਾਲਕ ਨੂੰ, ਆਪਣੇ ਆਦਰਸ਼ ਨੂੰ ਚੇਤੇ ਕਰੇ ਕਿ ਤੂੰ ਵੀ ਛੁੱਟ ਜਾਏ। ਗਜ ਕੋ ਤਰਾਸ ਮਿਟਿਓ ਜੇ ਸਿਮਰਤ। ਤੇ ਸਤਿਗੁਰੂ ਨੇ ਸਮਝਾਇਆ ਤੁਮ ਕਾਹੇ ਬਿਸਰਾਵੋ। ਤੂੰ ਤੇ ਮਨੁੱਖ ਹੈ, ਤੂੰ ਕਿਉਂ ਭੁਲਾਉਣਾ ਹੈ? ਹਜ਼ੂਰ ਆਖਦੇ ਨੇ ਕੀ ਕਰਨਾ ਚਾਹੀਦਾ? ਤਾਜ ਅਭਿਮਾਨ, ਈਗੋ, ਹਉਮੈ, ਅਹੰਕਾਰ, ਮੋਹ ਮਾਇਆ ਫੁਨ। ਮਾਇਆ ਦਾ ਮੋਹ। ਇੱਥੇ ਮਾਇਆ ਤੋਂ ਭਾਵ ਹੈ ਕੋਈ ਵੀ ਐਸੀ ਵਸਤੂ, ਦੌਲਤ ਹੈ, ਸ਼ੌਹਰਤ ਹੈ, ਪਦਵੀ ਹੈ, ਰੂਪ ਹੈ, ਤਾਕਤ ਹੈ, ਕੋਈ ਵੀ ਵਸਤੂ, ਉਹਦਾ ਅਭਿਮਾਨ ਤੇ ਉਹਦਾ ਮੋਹ, ਗਲਤ ਪਾਸੇ ਦੀ ਅਟੈਚਮੈਂਟ, ਉਹਨੂੰ ਛੱਡ ਦੇ। ਭਜਨ ਰਾਮ ਚਿੱਤ ਲਾਵੋ। ਸਰਵ ਵਿਆਪੀ ਪਰਮੇਸ਼ਰ ਦੇ ਗੁਣਾਂ ਨਾਲ ਸੁਰਤ ਨੂੰ ਜੋੜੋ, ਚਿੱਤ ਨੂੰ ਲਾਓ। ਨਾਨਕ ਕਹਿਤ ਮੁਕਤ ਪੰਥ ਇਹ। ਸਤਿਗੁਰੂ ਆਖਦੇ ਨੇ ਇਹੀ ਤੇਰੀ ਮੁਕਤੀ ਦਾ ਰਾਹ ਹੈ। ਵਿਸ਼ਿਆਂ ਤੋਂ ਬਾਹਰ ਨਿਕਲਣ ਦਾ ਮਾਰਗ ਹੈ। ਗੁਰਮੁਖ ਹੋਏ ਤੁਮ ਪਾਵੋ। ਪਰ ਇਹ ਰਾਹ ਕਿਵੇਂ ਮਿਲੇਗਾ? ਗੁਰੂ ਦੇ ਸਨਮੁਖ ਹੋ ਕੇ। ਗੁਰਮੁਖ, ਗੁਰੂ ਨੂੰ ਆਪਣਾ ਆਪ ਸਮਰਪਿਤ ਕਰਕੇ ਇਹ ਮੁਕਤੀ ਦਾ ਰਾਹ ਤੂੰ ਪ੍ਰਾਪਤ ਕਰ ਸਕਦਾ ਹੈ। ਸਾਹਿਬ ਕਿਰਪਾ ਕਰਨ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।